ਨਿਤਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ। हम भीख भिखारी तेरे, तू निज पता है दाता, हो दयाल नाम देह मंगत जन को। सदा रहो रंग राता, बोलो सतनाम श्री वाहिगुरु जी। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਰਾਜ ਆਨ ਰਾਜ ਭਾਨ ਨਾਨ ਭਾਨ ਦੇਵਾਨ ਦੇਵ, ਉਪਮਾ ਮਹਾਨ ਸਤਿਗੁਰੂ। ਦਿਨ ਦੁਨੀਆ ਦੇ ਮਾਲਕ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਸਤਿਕਾਰਯੋਗ ਗੁਰੂ ਕੀ ਸੰਗਤ ਤੇ ਸਮੂਹ ਗੁਰੂ ਕੀਆਂ ਸੰਗਤਾਂ, ਜਿਹੜੀਆਂ ਘਰਾਂ ਵਿੱਚ ਟੈਲੀਵਿਜ਼ਨ ਇੰਟਰਨੈਟ ਦੇ ਮਾਧਿਅਮ ਰਾਹੀਂ ਗੁਰੂ ਦਰਬਾਰ ਨਾਲ ਜੁੜ ਕੇ ਬੈਠੀਆਂ, ਮਨ ਬਿਰਤੇ ਨੂੰ ਇਕਾਗਰ ਕਰਨ ਦਾ ਯਤਨ ਕਰਦਿਆਂ ਰਸਨਾ ਪਵਿੱਤਰ ਕਰਿਓ ਤੇ ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਗੁਰਪੁਰਬ ਹੈ। ਸਾਹਿਬ ਜੀ ਨੇ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ, ਸਾਹਿਬ ਦੀਆਂ ਵਡਿਆਈਆਂ ਨੇ। ਜਿਹੜਾ ਗੁਰੂ ਨੂੰ ਮੰਨਣ ਵਾਲਾ ਹੈ, ਜਿਹੜਾ ਜਿਸ ਕਿਸੇ ਨੂੰ ਮੰਨਦਾ ਹੈ, ਉਹਦੀ ਵਡਿਆਈ ਕਰਨ ਦਾ ਯਤਨ ਜ਼ਰੂਰ ਕਰਦਾ ਹੈ। ਪਰ ਦਾਤਾ ਜੀ ਆਖਦੇ ਨੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਇਹ ਵਡਿਆਈਆਂ ਵੱਡੇ ਸਾਹਿਬ ਦੀਆਂ ਨੇ। ਜਿਹਵਾ ਏਕ ਅਨੇਕ ਗੁਣ ਤੇਰੇ, ਜਿਹਵਾ ਇੱਕ ਆ ਉਹਦੇ ਚੋਜ ਬੇਅੰਤ ਨੇ, ਬੇਅੰਤਾ ਬੇਅੰਤ ਗੁਣ ਤੇਰੇ। ਰੋਜ਼ਾਨਾ ਦੇ ਆ ਰਹੇ ਦਿਨ ਦਿਹਾੜੇ ਗੁਰਪੁਰਬ, ਉਹ ਗੁਰਸਿੱਖ ਦਾ ਫਰਜ਼ ਬਣਦਾ ਮਨਾਉਣੇ। ਭਾਈ ਸਾਹਿਬ ਭਾਈ ਗੁਰਦਾਸ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਮਾ ਜੀ, ਜਿਨ੍ਹਾਂ ਨੂੰ ਸਿੱਖ ਪੰਥ ਦੇ ਪਹਿਲੇ ਵਿਆਖਿਆਕਾਰ ਵੀ ਆਖਿਆ ਜਾਂਦਾ ਹੈ, ਉਹਨਾਂ ਨੇ ਆਪਣੀ ਇੱਕ ਪੌੜੀ ਦੇ ਵਿੱਚ ਪੰਗਤੀ ਦਰਜ ਕੀਤੀ ਹੈ। ਲਿਖਦੇ ਨੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ, ਭਗਤ ਗੁਰਪੁਰਬ ਕਰੰਦੇ। ਜਿਹੜੇ ਗੁਰਪੁਰਬ ਕਰਾਉਂਦੇ ਨੇ ਕੁਰਬਾਨ ਜਾਣੇ ਉਹਨਾਂ ਤੋਂ ਕਿ ਉਹ ਆਪਣੇ ਵਡੇਰਿਆਂ ਦੀ ਯਾਦ ਵਿੱਚ ਜੁੜਦੇ ਨੇ। ਅੱਜ ਗੁਰਪੁਰਬ ਹੈ। ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਉਸ ਚੱਲ ਰਹੀ ਰੀਤੀ ਨੂੰ ਉਲਟਾਇਆ ਹੈ, ਜਿਹੜੀ ਜੁਗਾਂ ਪੁਰਾਣੀ ਰੀਤ ਚੱਲ ਰਹੀ ਸੀ। ਜੁਗਾਂ ਪੁਰਾਣੀ ਰੀਤ ਚੇਲਾ ਚੇਲਾ ਰਿਹਾ ਹੈ, ਗੁਰੂ ਗੁਰੂ ਰਿਹਾ ਹੈ। ਇਹ ਇਤਿਹਾਸ ਵਿੱਚ, ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਪਹਿਲਾ ਮੌਕਾ ਆਇਆ ਹੈ। ਸੋ ਸਾਹਿਬ ਸਤਿਗੁਰੂ ਜੀ ਨੇ ਇੱਕ ਤੇ ਸੇਵਾ ਦਾ ਕੀ ਭਾਵ ਹੈ, ਸੇਵਾ ਕਰਕੇ ਪਦਵੀ ਕਿਹੜੀ ਪਾਈ ਜਾ ਸਕਦੀ ਹੈ, ਸਿਮਰਨ ਕਰਕੇ ਹੁਕਮ ਵਿੱਚ ਰਹਿ ਕੇ ਰਜ਼ਾ ਵਿੱਚ ਰਹਿ ਕੇ ਪਦਵੀਆਂ ਕਿਵੇਂ ਹਾਸਲ ਕੀਤੀਆਂ ਜਾਂਦੀਆਂ ਨੇ, ਇਹ ਮੇਰੇ ਸਾਹਿਬ ਜੀ ਨੇ ਆਪ ਆਪਣੇ ਇਤਿਹਾਸ ਦੇ ਵਿੱਚੋਂ ਕਰਕੇ ਵਿਖਾਇਆ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਕਿਰਪਾਵਾਂ ਕੀਤੀਆਂ, ਸਾਨੂੰ ਇਤਿਹਾਸ ਬਖਸ਼ਿਸ਼ ਕੀਤਾ ਹੈ,
ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਲਹਿਣੇ ਤੋਂ ਕਿਵੇਂ ਬਣੇ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਵਿਕਣਾ ਸਿਖਾਇਆ ਕਿ ਵਿਕਣਾ ਕਿਵੇਂ ਹੈ। ਮੇਰੇ ਦਾਤਾ ਜੀ ਦੀ ਬੇਅੰਤ ਵਡਿਆਈ ਹੈ, ਜਿਹਦੇ ਵਿੱਚੋਂ ਗੁਰਤਾ ਗੱਦੀ ਧਾਰਨ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਲਹਿਣਾ ਜੀ ਦੇ ਮਿਲਾਪ ਤੱਕ ਦਾ ਪ੍ਰਸੰਗ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਨਾ ਹੈ। ਇਹ ਸਮਝ ਲੈਣਾ ਜ਼ਰੂਰੀ ਹੈ ਕਿ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ, ਨਾਥ ਕਛੂ ਨਾ ਜਾਣੋ ਮਨ ਮਾਇਆ ਕੇ ਹਾਥ ਬਿਕਾਨੋ। ਤੇਰਾ ਭਲਾ ਕਿੱਥੇ ਹੋਣਾ ਹੈ? ਜਦੋਂ ਤੂੰ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਕੀ ਇਹ ਪੰਕਤੀ ਲਿਖੀ ਗਈ ਹੈ ਕਿ ਜਾਂ ਕਮਾਈ ਵੀ ਹੈ? ਇਹ ਅਸੀਂ ਵੇਖਣਾ ਹੈ। ਦੂਸਰਾ ਬਚਨ ਮੇਰੇ ਦਾਤਾਰ ਜੀ ਨੇ ਕੀਤਾ, ਤੇਰਾ ਭਲਾ ਤਾਂ ਹੋਣਾ ਬੰਦਿਆ, ਥਾਂ ਥਾਂ ਤੇ ਵਿਕਦਾ ਨਾ ਫਿਰ, ਗਲੀ ਗਲੀ ਦੁਕਾਨ ਦੁਕਾਨ ਹੱਟੀ ਹੱਟੀ ਨਾ ਵਿਕ। ਆ ਤੈਨੂੰ ਵਿਕਣਾ ਸਿਖਾ ਦਈਏ। ਮੇਰੇ ਗੁਰੂ ਆਖਦਾ, ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ। ਜਿਨ੍ਹਾਂ ਨੇ ਮਨ ਵੇਚਿਆ ਗੁਰੂ ਅੱਗੇ, ਕਿਉਂਕਿ ਬਾਬਾ ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ, ਕੰਚਨ ਸਿਉ ਪਾਈਐ ਨਹੀਂ ਤੋਲ। ਕੋਈ ਅਮੀਰ ਆਣ ਕੇ ਸੋਨੇ ਦਾ ਛੱਬਾ ਚੜਾ ਦੇਵੇ, ਕੋਈ ਅਮੀਰ ਆਵੇ ਸੋਨੇ ਦਾ ਚੌਰ ਭੇਟਾ ਕਰ ਦੇਵੇ, ਕੋਈ ਅਮੀਰ ਆਵੇ ਸੋਨੇ ਦੀ ਪਾਲਕੀ ਸਤਿਗੁਰੂ ਨੂੰ ਭੇਟਾ ਕਰ ਦੇਵੇ, ਤੇ ਕੀ ਮੰਨ ਲਈਏ ਵੀ ਉਹੋ ਹੀ ਲੈ ਜਾਏਗਾ ਖੁਸ਼ੀਆਂ, ਦੂਜੇ ਵਾਸਤੇ ਕੁਝ ਨਹੀਂ ਬਚੇਗਾ। ਫਿਰ ਭਾਈ ਗੁਰਦਾਸ ਜੀ ਦੀ ਪੰਕਤੀ ਯਾਦ ਆਉਂਦੀ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸ਼ਬਦ ਨਿਦਾਨ ਦਾਨ ਦੇਤ ਹੈ। ਇੱਥੇ ਕੌਡੀ ਵੀ ਰੱਖੇ ਭਾਵਨਾ ਕਰਕੇ। ਸੋਨੇ ਦੇ ਨਾਲ ਰੱਬ ਨਹੀਂ ਖਰੀਦਿਆ ਜਾ ਸਕਦਾ। ਬਾਬਾ ਜੀ ਦੀ ਬਾਣੀ ਹੈ, ਕੰਚਨ ਸਿਉ ਪਾਈਏ ਨਹੀਂ ਤੋਲ। ਰੱਬ ਵਿਕਦਾ ਤਾਂ ਹੈ, ਰੱਬ ਖਰੀਦਿਆ ਵੀ ਜਾ ਸਕਦਾ ਹੈ, ਪਰ ਉਹ ਸੋਨੇ ਚਾਂਦੀ ਹੀਰੇ ਜਵਾਹਰਾਤ ਮੋਤੀਆਂ ਦੇ ਨਾਲ ਨਹੀਂ। ਇਹ ਕਿਵੇਂ ਖਰੀਦਿਆ ਜਾਂਦਾ ਹੈ? ਮਨ ਦੇ RAM ਲਿਆ ਹੈ ਮੋਲ। ਇਹ ਮਨ ਦੇ ਕੇ, ਮਨ ਵੇਚ ਕੇ, ਇਹ ਤਾਂ ਪ੍ਰਭੂ ਦੀ ਪ੍ਰਾਪਤੀ, ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਆਓ ਜਿਨ੍ਹਾਂ ਨੇ ਗੁਰੂ ਨੂੰ ਪ੍ਰਾਪਤ ਕੀਤਾ ਉਹਨਾਂ ਗੁਰੂ ਨੂੰ ਪਾਇਆ ਕਿਵੇਂ ਹੈ, ਇਹ ਇਤਿਹਾਸ ਦੇ ਝਰੋਖੇ ਵਿੱਚੋਂ ਦਰਸ਼ਨ ਕਰਨ ਦਾ ਯਤਨ ਕਰੀਏ। ਕਰੋ ਮਨ ਬਿਰਤੇ ਨੂੰ ਇਕਾਗਰ, ਦਿਓ ਅਸੀਸ ਤੇ ਚੜ੍ਹਦੀ ਕਲਾ ਦਾ ਸਬੂਤ ਦਿਓ। ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣਾ ਮਜ਼ਮੂਨ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਤੋਂ ਸ਼ੁਰੂ ਕਰਨਾ ਚਾਹੁੰਦਾ ਹਾਂ। ਮੇਰੇ ਗੁਰਦੇਵ ਪਾਤਸ਼ਾਹ ਜੀ ਦੀ ਰੱਬੀ ਬਾਣੀ ਆਸਾ ਦੀ ਵਾਰ ਦੀ ਬਾਣੀ ਹੈ। ਵਾਰ ਹਮੇਸ਼ਾ ਪੌੜੀਆਂ ਦੀ ਹੋਇਆ ਕਰਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਵਾਰਾਂ, ਰਾਮਕਲੀ ਦੀ ਵਾਰ ਸੱਤੇ ਬਲਵੰਡ ਦੀ ਸ਼ਲੋਕਾਂ ਤੋਂ ਬਿਨਾਂ ਹੈ। ਬਸੰਤ ਕੀ ਵਾਰ ਕੇਵਲ ਪੌੜੀਆਂ ਸ਼ਲੋਕਾਂ ਤੋਂ ਬਿਨਾਂ। ਬਾਕੀ ਤਕਰੀਬਨ ਵਾਰਾਂ ਉਹ ਜਿਹੜੀਆਂ ਸ਼ਲੋਕਾਂ ਦੇ ਨਾਲ ਨੇ। ਇਹਨਾਂ ਵਾਰਾਂ ਤੋਂ ਜਿਹੜੇ ਸ਼ਲੋਕ ਵੱਧ ਗਏ, ਸਤਿਗੁਰੂ ਜੀ ਨੇ ਸ਼ਲੋਕ ਵਾਰਾਂ ਤੇ ਵਧੇਕ ਵੱਖਰੇ ਕਰਕੇ ਲਿਖ ਦਿੱਤੇ। ਜਿਹੜੀ ਵਾਰ ਹੋਇਆ ਕਰਦੀ ਉਹ ਕੱਲੀ ਪੌੜੀਆਂ ਦੀ ਹੈ। ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਦਾ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ। ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉਪਰ ਘਾਲੀਐ। ਕੀ ਦੇ ਲੰਮੀ ਨਦਰ ਨਿਹਾਲੀਐ। ਇਹ ਦੇ ਲੰਮੀ ਨਦਰ ਨਿਹਾਲੀਐ ਦਾ ਭਾਵ ਕੀ ਹੈ? ਜਿਹੜੀ ਰੋਜ਼ਾਨਾ ਤੁਕ ਹਜ਼ਾਰਾਂ ਵਾਰ ਤੁਸੀਂ ਪੜ੍ਹ ਕੇ ਜ਼ਬਾਨੀ ਯਾਦ ਕੀਤੀ ਹੈ, ਉਹ ਤੁਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ। ਸੁਣਿਆ ਸਿੱਧ ਪੀਰ ਸੁਰਨਾਥ। ਤੇ ਜਿਹੜੀ ਖਾਸ ਅਸੀਂ ਤਵੱਜੋ ਦੇਣੀ ਹੈ, ਸੁਣਿਆ ਦੁੱਖ ਪਾਪ ਕਾ ਨਾਸ। ਇੱਕ ਸਿੱਖ ਗੁਰਬਾਣੀ ਪੜ੍ਹ ਰਿਹਾ ਹੈ, ਇੱਕ ਦੇਵੀ ਨੂੰ ਮੰਨਣ ਵਾਲਾ, ਵੈਸ਼ਨੋ ਦੇਵੀ ਦਾ ਉਪਾਸ਼ਕ, ਉਹ ਜਵਾਲਾਮੁਖੀ ਦੇ ਮੰਦਿਰ ਤੇ ਜਾਣ ਵਾਲਾ, ਜਵਾਲਾ ਜੀ ਦੇ ਜਾਣ ਵਾਲਾ। ਇਹ ਗੁਰਸਿੱਖ ਬਾਣੀ ਪੜ੍ਹ ਰਿਹਾ, ਉੱਚੀ ਉੱਚੀ ਗਾ ਰਿਹਾ ਹੈ। ਉਹ ਲਾਗੋਂ ਦੀ ਲੰਘਿਆ ਤੋਂ ਉਹਦੇ ਕੰਨਾਂ ਵਿੱਚ ਬਾਣੀ ਪਈ ਹੈ। ਜਿਵੇਂ ਸੱਪ ਬੀਣ ਤੇ ਮੌਲਦਾ ਹੈ ਨਾ, ਉਹਦੇ ਪਿੱਛੇ ਪਿੱਛੇ ਧੁਨੀ ਦੇ ਮਗਰ ਤੁਰਦਾ ਹੈ। ਘੰਡੇ ਹੇੜੇ ਦਾ ਨਾਦ ਵਜਾਉਂਦੇ ਨੇ ਹਿਰਨ ਨੂੰ ਫੜਨ ਵਾਲੇ। ਉਹ ਘੰਡੇ ਹੇੜੇ ਦਾ ਨਾਦ ਵਜਾਉਂਦੇ ਨੇ, ਤੇ ਹਿਰਨ ਹੈ ਨਾ, ਉਹ ਹਿਰਨ ਆਪਣੇ ਆਪ ਉਸ ਧੁਨ ਦੀ ਖਿੱਚ ਦੇ ਨਾਲ ਚਲਿਆ ਆਉਂਦਾ, ਉਹ ਸ਼ਿਕਾਰੀ ਦੇ ਕੋਲ ਆਪ ਪਹੁੰਚ ਜਾਂਦਾ ਉਹਨੂੰ ਸੁਣ ਕੇ। ਹੁਣ ਆਓ ਤੱਕੀਏ
ਉਹ ਇੱਕ ਮਾਤਾ ਵੈਸ਼ਨੋ ਦੇਵੀ ਦਾ ਪੁਜਾਰੀ ਉਸ ਬਾਣੀ ਦੀ ਧੁਨ ਨੂੰ ਸੁਣਦਾ ਆ, ਖਿੱਚਿਆ ਜਾ ਰਿਹਾ ਹੈ ਤੇ ਗੁਰਸਿੱਖ ਬਾਣੀ ਗਾ ਰਿਹਾ ਹੈ ਤੇ ਉਹ ਮੰਤਰ ਮੁਗਧ ਨਿਹਾਲ ਹੋ ਗਿਆ। ਉਸ ਵਕਤ ਨੂੰ ਕੋਰੜਾ ਛੰਦ ਰਾਹੀਂ ਪਰੋਣ ਦਾ ਯਤਨ ਕੀਤਾ। ਢਾਡੀ ਜਥਾ ਪਿਆਰ ਨਾਲ ਬੇਨਤੀ ਕਰਦਾ, ਸਰਵਣ ਕਰਨਾ ਜੀ। ਲੰਗਰ ਬਾਤੇ ਗੁਰੂ ਨੂੰ ਤੀ ਆਉਂਦਾ ਏ, ਭਾਈ ਜੋਦਾ ਮਿੱਠੀ ਮਿੱਠੀ ਬਾਣੀ ਗਾਉਂਦਾ ਏ। ਉੱਠ ਪਰ ਬਾਤੇ ਗੁਰੂ ਨੂੰ ਤੇ ਆਉਂਦਾ ਏ, ਭਾਈ ਜੋਦਾ ਮਿੱਠੀ ਮਿੱਠੀ ਬਾਣੀ ਗਾਉਂਦਾ ਏ। ਉੱਠ ਪਰ ਬਾਤੇ ਗੁਰੂ ਨੂੰ ਤੇ ਆਉਂਦਾ ਏ, ਭਾਈ ਜੋਦਾ ਮਿੱਠੀ ਮਿੱਠੀ ਬਾਣੀ ਗਾਉਂਦਾ ਏ। ਲੰਘਦੇ ਗਵਾਂਢੋ ਕੰਧ ਨਾਲ ਹੋ ਗਏ, ਬਾਣੀ ਸੁਣ ਲੈਣਾ ਜੀ ਨਿਹਾਲ ਹੋ ਗਏ। ਧੰਨ ਗੁਰੂ ਨਾਨਕ ਦੀ ਮਿੱਠੀ ਬਾਣੀ ਏ, ਪੜ੍ਹੇ ਸੁਣੇ ਜੋ ਵੀ ਤਰਦਾ ਪਰਾਣੀ ਏ। ਧੰਨ ਗੁਰੂ ਨਾਨਕ ਦੀ ਮਿੱਠੀ ਬਾਣੀ ਏ, ਪੜ੍ਹੇ ਸੁਣੇ ਜੋ ਵੀ ਤਰਦਾ ਪਰਾਣੀ ਏ। ਹੱਲ ਜੋ 84 ਦੇ ਸਵਾਲ ਹੋ ਗਏ, ਬਾਣੀ ਸੁਣ ਲੈਣਾ ਜੀ ਨਿਹਾਲ ਹੋ ਗਏ। ਦਿਲ ਸੜਦਾ ਸੀ ਈਰਖਾ ਦੀ ਅੱਗ ਤੇ, ਗੁਰਬਾਣੀ ਠੰਡ ਵਰਤਾਉਂਦੀ ਜੱਗ ਤੇ। ਦਿਲ ਸੜਦਾ ਸੀ ਈਰਖਾ ਦੀ ਅੱਗ ਤੇ, ਗੁਰਬਾਣੀ ਠੰਡ ਵਰਤਾਉਂਦੀ ਜੱਗ ਤੇ। ਕੌਡੇ ਜਹ ਧਰ ਕੇ ਮਿਸਾਲ ਹੋ ਗਏ, ਬਾਣੀ ਸੁਣ ਲੈਣਾ ਜੀ ਨਿਹਾਲ ਹੋ ਗਏ। ਪਾਸਮਣੀ ਸੱਚੀ ਲਿਖਦਾ ਕਹਾਣੀ ਏ, ਢਾਡੀਆਂ ਨੇ ਵਿੱਚ ਸੰਗਤਾਂ ਸੁਣਾਈਏ। ਪਾਸਮਣੀ ਸੱਚੀ ਲਿਖਦਾ ਕਹਾਣੀ ਏ, ਢਾਡੀਆਂ ਨੇ ਵਿੱਚ ਸੰਗਤਾਂ ਸੁਣਾਈਏ। ਕੌਡੀ
ਰੋਟੀਆਂ ਦੇ ਟੁਕੜੇ ਸੀ ਲਾਲ ਹੋ ਗਏ, ਬਾਣੀ ਸੁਣ ਲੈਣਾ ਜੀ ਨਿਹਾਲ ਹੋ ਗਏ। ਲੰਘਦੇ ਗਵਾਂਢੋ ਕੰਧ ਨਾਲ ਹੋ ਗਏ, ਬਾਣੀ ਸੁਣ ਲੈਣਾ ਜੀ ਨਿਹਾਲ ਹੋ ਗਏ, ਬਾਣੀ ਸੁਣ ਲੈਣਾ ਜੀ ਨਿਹਾਲ ਹੋ ਗਏ, ਬਾਣੀ ਸੁਣ ਲੈਣਾ ਜੀ ਨਿਹਾਲ ਹੋ ਗਏ। ਗੁਰਬਾਣੀ ਦੀ ਖਿੱਚ, ਗੁਰਬਾਣੀ ਦੀ ਤਾਕਤ ਜਿਹੜੀ ਸਾਨੂੰ ਸਮਝ ਨਹੀਂ ਆਈ। ਇਸ ਪਰਮ ਪੁਰਖ ਪਰਮਾਤਮਾ ਦੀ ਬਾਣੀ, ਇਲਾਹੀ ਬਾਣੀ, ਜਿਸ ਨੂੰ ਸਾਹਿਬ ਆਖਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਜਿਸ ਨੂੰ ਮੇਰੇ ਦਾਤਾਰ ਆਖਦੇ ਨੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਬਟਾਈ, ਜਿਸ ਨੂੰ ਦਾਤਾਰ ਪਿਤਾ ਜੀ ਨੇ ਇੰਨਾ ਮਾਣ ਦੇ ਕੇ ਨਿਵਾਜਿਆ। ਇਹ ਆਖਿਆ ਏ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਜੇਕਰ ਅਸੀਂ ਸਤਿਗੁਰੂ ਨੂੰ ਵਾਕਿਆ ਗੁਰੂ ਮੰਨਦੇ ਹਾਂ ਤੇ ਜੋ ਮੇਰੇ ਦਾਤਾ ਜੀ ਨੇ ਆਖਿਆ ਉਹ ਅਟਲ ਸਚਾਈ ਹੈ, ਇਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਇਹ ਤੋਂ ਵੱਡਾ ਕੋਈ ਹੋਰ ਹੋ ਹੀ ਨਹੀਂ ਸਕਦਾ, ਹੈ ਹੀ ਨਹੀਂ। ਇਸ ਪਰਮ ਪੁਰਖ ਪਰਮਾਤਮਾ ਦੀ ਬਾਣੀ ਕੌਣ ਗਾ ਰਿਹਾ? ਨਾਮ ਹੈ ਭਾਈ ਜੋਧ। ਇਹ ਉਹ ਭਾਈ ਜੋਧ ਹੈ ਜੋ ਨਗਰ ਖਡੂਰ ਦੇ ਰਹਿਣ ਵਾਲੇ ਨੇ। ਭਾਈ ਲਹਿਣਾ ਕੌਣ ਨੇ? ਮੁਕਤਸਰ ਦੀ ਧਰਤੀ ਤੇ ਮੁਕਤਸਰ ਸਾਹਿਬ ਤੋਂ ਪੂਰਬ ਦੇ ਵੱਲ ਨੇੜੇ ਹੀ ਇੱਕ ਪਿੰਡ ਪੈਂਦਾ ਹੈ। ਉਸ ਪਿੰਡ ਦਾ ਨਾਮ ਉਹਨਾਂ ਵੇਲਿਆਂ ਚ ਮੱਤੇ ਦੀ ਸਰਾਏ ਆਖਿਆ ਗਿਆ। ਉਹ ਇੱਕ ਨਾਗੇ ਸਾਧੂ ਨੇ ਨਗਰ ਵਸਾਇਆ ਹੋਣ ਕਰਕੇ ਉਹਦਾ ਨਾਗੇ ਦੀ ਸਰਾਂ ਵੀ ਨਾਮ ਚੱਲਿਆ। ਫਿਰ ਸਰਾਏ ਨਾਗਾ ਇਹ ਉਸ ਪਿੰਡ ਦਾ ਨਾਮ ਮਸ਼ਹੂਰ ਹੋਇਆ। ਉੱਥੇ ਵਸਣ ਵਾਲੇ ਬਾਬਾ ਫੇਰੂਮੱਲ ਜੀ, ਉਹਨਾਂ ਦੇ ਘਰੋਂ ਸਤਿਕਾਰਯੋਗ ਉਹਨਾਂ ਦੇ ਧਰਮ ਸੁਪਤਨੀ, ਇਤਿਹਾਸ ਨੇ ਦੋ ਨਾਮ ਲਿਖੇ ਨੇ, ਇੱਕ ਸਭਰਾਈ ਜੀ ਨਾਮ ਹੈ ਤੇ ਦੂਸਰਾ ਨਾਮ ਹੈ ਦਇਆ ਕੌਰ। ਇਹਨਾਂ ਦੇ ਘਰ ਇਸ ਵੱਡੀ ਉੱਚੀ ਕੁੱਲ ਵਿੱਚ, ਜਿਨ੍ਹਾਂ ਨੂੰ ਸੰਸਾਰੀ ਪੱਖ ਤੋਂ 63 ਗੋਤ ਦੇ ਖੱਤਰੀ ਲਿਖਿਆ ਗਿਆ ਹੈ, 31 ਮਾਰਚ 1504 ਨੂੰ ਆਗਮਨ ਹੋਇਆ। ਨਾਮ ਰੱਖਿਆ ਮਾਪਿਆਂ ਨੇ ਲਹਿਣਾ ਜੀ। ਇੱਕ ਵਾਰੀ ਆਖਿਓ ਸਤਨਾਮ ਸ੍ਰੀ ਵਾਹਿਗੁਰੂ। ਜਿਸ ਤਰ੍ਹਾਂ ਪ੍ਰਕਾਸ਼ ਹੁੰਦਾ ਹੈ, ਇੱਕ ਗੱਲ ਨੂੰ ਧਿਆਨ ਦੇਣਾ ਸੰਗਤ ਜੀ, ਸਮਾਂ ਹੀ ਹੈ ਜਦੋਂ ਜੋਤ ਪ੍ਰਗਟ ਹੋਇਆ ਕਰਦੀ ਹੈ। ਕੁਝ ਡੇਟਾਂ ਤੁਹਾਡੇ ਸਾਹਮਣੇ ਰੱਖਣ ਲੱਗਾ, ਗੌਰ ਕਰਿਓ ਇਹਨਾਂ ਤੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਨਿਰੰਕਾਰ 1469 ਈਸਵੀ। ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ 1479 ਈਸਵੀ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ 1504 ਈਸਵੀ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ 1534 ਈਸਵੀ। ਇਹ ਚਾਰ ਪਾਤਸ਼ਾਹੀਆਂ ਹੀ ਸਮਾਂ ਬਿਲਕੁਲ ਇਕੱਠਿਆਂ ਦਾ ਨਜ਼ਰ ਆ ਰਿਹਾ ਹੈ। ਜਦੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚੂਨਾ ਮੰਡੀ ਲਾਹੌਰ ਵਿੱਚ ਦੁਨੀਆ ਤੇ ਆ ਚੁੱਕੇ ਨੇ ਤੇ ਜੇ ਗੁਰੂ ਨਾਨਕ ਸਾਹਿਬ ਮੌਜੂਦ ਨੇ, ਫਿਰ ਨਹੀਂ ਸਮਝ ਆਈ, ਦੁਬਾਰਾ ਦੁਹਰਾ ਦਿਆਂ। ਗੁਰੂ ਨਾਨਕ ਸਾਹਿਬ 1469, ਗੁਰੂ ਅਮਰਦਾਸ ਪਾਤਸ਼ਾਹ 1479। 69 ਤੋਂ ਬਾਅਦ ਕਿੰਨੇ ਸਾਲ 79 ਹੈ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮਕਾਲੀ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ 1504 ਤੇ ਗੁਰੂ ਨਾਨਕ ਸਾਹਿਬ ਵੀ ਅਜੇ ਮੌਜੂਦ ਨੇ। ਬਾਸਰ ਕੇ ਬਾਬਾ ਅਮਰਦਾਸ ਮੌਜੂਦ ਨੇ, ਇਧਰੋਂ ਬਾਬਾ ਲਹਿਣਾ ਜੀ ਪ੍ਰਗਟ ਹੋਏ ਨੇ, ਤੇ 34 ਤੱਕ ਆਉਂਦਿਆਂ ਗੁਰੂ ਰਾਮਦਾਸ ਸਾਹਿਬ ਪ੍ਰਗਟ ਹੋਏ ਨੇ। ਇਹ ਚਾਰੇ ਪਾਤਸ਼ਾਹ ਸਰੀਰ ਕਰਕੇ ਬਿਲਕੁਲ ਸਾਹਮਣੇ ਮੌਜੂਦ ਨੇ। ਪਰ ਹੁਣ ਸਮਾਂ ਪਹਿਲੋਂ ਆਏਗਾ ਲਹਿਣਾ ਜੀ ਦਾ, ਫਿਰ ਆਏਗਾ ਗੁਰੂ ਅਮਰਦਾਸ ਜੀ ਦਾ, ਫਿਰ ਜਾ ਕੇ ਗੁਰੂ ਰਾਮਦਾਸ ਜੀ ਦਾ, ਲੇਕਿਨ ਸਰੀਰ ਕਰਕੇ ਸੰਸਾਰ ਤੇ ਚਾਰੇ ਪਾਤਸ਼ਾਹਾਂ ਇਕੱਠੀਆਂ ਮੌਜੂਦ ਵੇਖੀਆਂ ਗਈਆਂ। ਹੁਣ ਗੱਲ ਕਰੀਏ ਆਪਣੇ ਮਜ਼ਬੂਨ ਦੀ। ਸਤਿਗੁਰੂ ਜੀ ਦੇ ਵਡੇਰੇ ਵਪਾਰੀ ਸਨ। ਉਸ ਇਲਾਕੇ ਚੋਂ ਉੱਠ ਕੇ ਇਧਰ ਖਡੂਰ ਆ ਵਸੇ। ਖਡੂਰ ਦੇ ਲਾਗੇ ਇੱਕ ਪਿੰਡ ਪੈਂਦਾ, ਨਾਮ ਹੈ ਸੰਗਰ। ਇੱਥੇ ਦੇਵੀ ਚੰਦ ਦੀ ਸੁਪੁੱਤਰੀ ਹੈ ਬੀਬੀ ਖੀਵੀ।
ਉਹਦੇ ਨਾਲ ਲਹਿਣਾ ਜੀ ਦਾ ਵਿਆਹ ਹੋ ਗਿਆ। ਘਰ ਵਿੱਚ ਸਾਹਿਬਜ਼ਾਦਾ ਪ੍ਰਗਟ ਹੋਇਆ, ਨਾਮ ਰੱਖਿਆ ਗਿਆ ਦਾਸੂ ਜੀ। ਬਾਅਦ ਵਿੱਚ ਪੁੱਤਰੀ ਪੈਦਾ ਹੋਈ, ਨਾਮ ਰੱਖਿਆ ਗਿਆ ਬੀਬੀ ਅਮਰੋ ਜੀ। ਇੱਕ ਬਾਅਦ ਵਿੱਚ ਹੋਰ ਪੁੱਤਰੀ ਹੋਈ, ਨਾਮ ਰੱਖਿਆ ਗਿਆ ਅਨੋਖੀ ਜੀ। ਫਿਰ ਬਾਅਦ ਵਿੱਚ ਚੌਥੀ ਥਾਂ ਤੇ ਇੱਕ ਪੁੱਤਰ ਪੈਦਾ ਹੋਇਆ, ਨਾਮ ਰੱਖਿਆ ਦਾਤੂ ਜੀ। ਇਹ 4 ਬੱਚੇ ਸਾਹਿਬ ਜੀ ਦੇ ਘਰ ਵਿੱਚ ਆਏ ਤੇ 22 ਕੁ ਸਾਲਾਂ ਦੀ ਉਮਰ ਹੋਈ ਹੈ ਲਗਭਗ ਲਹਿਣਾ ਜੀ ਦੀ। ਪਿਤਾ ਬਾਬਾ ਫੇਰੂਮਲ ਜੀ ਸੰਸਾਰ ਤੋਂ ਵਿਦਾ ਹੋ ਗਏ। ਤੇ ਜਿਹੜਾ ਘਰਾਣਾ ਪਿਤਾ ਪੁਰਖੀ ਚੱਲਦਾ ਹੈ ਨਾ, ਜਿਹੜੀ ਚੰਗੀ ਨੇਕ ਔਲਾਦ ਹੁੰਦੀ ਉਹ ਆਪਣੇ ਪਿਤਾ ਪੁਰਖੀ ਰਸਤੇ ਤੇ ਚੱਲਦੀ ਹੈ। ਜੇਕਰ ਪਿਤਾ ਵੈਸ਼ਨੋ ਦੇਵੀ ਦੇ ਭਗਤ ਸਨ ਤੇ ਪੁੱਤਰ ਵੀ ਗਾਂ ਭਗਤ ਹੋਏ, ਇਧਰ ਯਾਤਰਾ ਤੇ ਜਾਂਦੇ ਨੇ। ਇਸ ਗੱਲ ਨੂੰ ਮੰਨਣਾ ਪਏਗਾ ਤੇ ਮੰਨ ਲੈਣਾ, ਕਿਉਂਕਿ ਮੇਰੇ ਸਾਹਿਬ ਜੀ ਦਾ ਬਚਨ ਹੈ, ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਜਿਹੜਾ ਬੰਦਾ ਕੱਲ ਸ਼ਰਾਬ ਪੀਂਦਾ ਸੀ, ਪਰਸੋਂ ਵੀ ਸਿਰ ਮਨਾਉਂਦਾ ਸੀ, ਅੱਜ ਉਹਨੇ ਅੰਮ੍ਰਿਤ ਛਕ ਲਿਆ ਤੇ ਕੱਲ ਤੱਕ ਦੀ ਕਹਾਣੀ ਉਹਦੀ ਖਤਮ, ਬਿਲਕੁਲ ਖਤਮ ਹੋ ਜਾਂਦੀ ਹੈ। ਉਸ ਨੂੰ ਕੋਈ ਇਹ ਮਿਹਣਾ ਨਹੀਂ ਦੇ ਸਕਦਾ। ਅਗਰ ਦੇਗਾ ਤੇ ਮੂਰਖ ਹੋਵੇਗਾ ਵੀ ਕੱਲ ਸ਼ਰਾਬਾਂ ਦੇ ਨਾਲ ਲੱਜਿਆ ਫਿਰਦਾ ਸੀ, ਅੱਜ ਗਾਤਰਾ ਪਾ ਕੇ ਸਾਨੂੰ ਉਪਦੇਸ਼ ਦਿੰਦਾ। ਇਹ ਮਿਹਣਾ ਦੇਣ ਵਾਲਾ, ਬੋਲਣ ਵਾਲਾ ਮੂਰਖ ਸਿੱਧ ਹੋਵੇਗਾ, ਗੁਰੂ ਦੇ ਬਚਨਾਂ ਤੇ ਪੂਰਾ ਨਹੀਂ ਹੋਵੇਗਾ। ਗੁਰੂ ਦਾ ਬਚਨ ਹੈ, ਜਿਸ ਦਿਨ ਉਹਦਾ ਗੁਰੂ ਘਰ ਵਿੱਚ ਜਨਮ ਹੋਇਆ, ਉਹਦਾ ਪਿੱਛੇ ਜਾਤ ਕੀ ਹੈ, ਪਾਤ ਕੀ ਹੈ, ਧਰਮ ਕੀ ਹੈ, ਵੇਸ਼ ਭੂਸ਼ਾ ਜਾਤ ਕੀ ਹੈ, ਸਭ ਖਤਮ। ਇਹ ਮਗਰਲੀ ਗੱਲ ਹੈ। ਬਾਬਾ ਲਹਿਣਾ ਜੀ, ਇਹਦੇ ਨਾਲ 2 ਸਾਖੀਆਂ ਜੁੜਦੀਆਂ ਨੇ। ਪਹਿਲਾਂ ਮੈਂ ਉਹ ਵੀ ਆਪ ਜੀ ਦੇ ਅਰਜ਼ ਕਰਦੇ ਹਾਂ। ਸਾਖੀ ਕਿਹੜੀ ਨਾਲ ਰਲਦੀ ਹੈ ਕਿ ਭਾਈ ਜੋਧ ਜੀ ਬਾਬਾ ਲਹਿਣਾ ਜੀ ਦੀ ਹੱਟੀ ਤੇ ਆਏ। ਰੋਜ਼ਾਨਾ ਸੌਦਾ ਚਾਹੀਦਾ, ਰੋਜ਼ਾਨਾ ਹੀ ਖਰੀਦਦੇ ਨੇ ਤੇ ਰੋਜ਼ਾਨਾ ਆਪਦਾ ਪ੍ਰਸ਼ਾਦਾ ਪਕਾ ਕੇ ਛਕ ਲੈਂਦੇ ਨੇ। ਉਹਦਾ ਵੀ ਧਿਆਨ ਰੱਖਦੇ ਨੇ ਵੀ ਜੇ ਕੋਈ ਰਾਹਗੀਰ ਆ ਜਾਏ ਨਾ ਛਕਣ ਵਾਸਤੇ ਤਾਂ ਉਹਨੂੰ ਵੰਡ ਕੇ ਛਕਦੇ ਨੇ, ਕਿਉਂਕਿ ਗੁਰੂ ਨਾਨਕ ਦਾ ਸਿਧਾਂਤ ਹੈ, ਗੁਰੂ ਨਾਨਕ ਦੇ ਸਿੱਖ ਹਨ। ਇੱਕ ਵਾਰ ਐਸਾ ਹੋਇਆ, ਉਹਨਾਂ ਕੋਲ ਪੈਸੇ ਵੀ ਥੋੜੇ ਸਨ, ਆਮਦਨ ਘੱਟ ਹੋਈ ਹੋਵੇਗੀ, ਪ੍ਰਸ਼ਾਦਾ ਤੰਗ ਹੋ ਗਿਆ ਤੇ ਜਿੰਨਾ ਉਹਨਾਂ ਨੇ ਪੈਸੇ ਦਿੱਤੇ ਉਹਨੇ ਲਹਿਣਾ ਜੀ ਨੇ ਰਸਤ ਦੇਤੀ ਤੇ ਤਰਸ ਖਾਦਾ ਵੀ ਇੱਕ ਸਿੱਖ ਚੰਗਾ ਹੈ, ਦੂਜਾ ਇਮਾਨਦਾਰ ਹੈ, ਤੇ ਕਿਉਂ ਨਾ ਅੱਜ ਇਹਨੂੰ ਮੈਂ ਵੱਧ ਦੇ ਦਾਂ। ਤੇ ਜਦੋਂ ਉਹਨਾਂ ਨੇ ਆਪਣੀ ਰਸਤ ਵੇਖੀ ਨਾ ਵੀ ਰੋਜ਼ਾਨਾ ਜਿੰਨੀ ਕੁ ਮੈਂ ਲੈ ਕੇ ਜਾਣਾ, ਅੱਜ ਉਹਦੇ ਨਾਲੋਂ ਜ਼ਿਆਦਾ ਹੈ। ਕਿਸੇ ਵੇਲੇ ਚੰਗੇ ਬੰਦੇ ਜਿਹੜੇ ਨਾ, ਚੰਗੀਆਂ ਮਾਈਆਂ, ਉਹ ਦੋਧੀ ਕੋਲੋਂ ਦੁੱਧ ਪਾਉਣ ਜਾਂਦੀਆਂ ਨੇ, ਜੇ ਦੋਧੀ ਘੱਟ ਦੇਵੇ ਤਾਂ ਡੋਲੂ ਫੜ ਕੇ ਦੱਸ ਦਿੰਦੀ ਅੱਜ ਵੀਰਾ ਘੱਟ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਤੋਲ ਵੀ ਇਹ ਚ ਕੁਝ ਵਾਧਾ ਘਾਟਾ। ਕਹਿਣ ਲੱਗੇ ਨਹੀਂ, ਇਹਨਾਂ ਨੂੰ ਪੂਰਾ ਕਰੋ, ਇਹਦੇ ਵਿੱਚ ਵੱਧ ਨਜ਼ਰ ਆ ਰਿਹਾ। ਕਹਿੰਦੇ ਸਿੱਖਾ ਕੋਈ ਗੱਲ ਨਹੀਂ। ਕਹਿੰਦੇ ਨਹੀਂ, ਮੇਰੇ ਗੁਰੂ ਦਾ ਹੁਕਮ ਨਹੀਂ ਐਸਾ ਕਰਨਾ, ਮੈਂ ਜਿੰਨੇ ਪੈਸੇ ਦਿੱਤੇ ਮੈਨੂੰ ਰਸਤ ਵੀ ਹੋਣੀ ਚਾਹੀਦੀ ਹੈ। ਹੈਰਾਨ ਹੋਏ। ਸਾਖੀਕਾਰ ਕਹਿੰਦਾ ਹੈ ਕਿ ਸ਼ਾਮ ਪਈ ਤੋਂ ਉਹਨਾਂ ਦੇ ਪਿੱਛੇ ਚੱਲ ਪਏ। ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ, ਆਵਾਜ਼ ਦਿੱਤੀ ਤੇ ਕੋਈ ਦਰਵਾਜ਼ੇ ਤੇ ਆ ਗਿਆ ਛਕਣ ਵਾਸਤੇ, ਉਹਨੂੰ ਦੇ ਦਿੱਤੇ। ਦੀਵੇ 'ਚ ਘਰ ਵਾਲੀ ਨੇ ਜਾਣ ਬੁੱਝ ਕੇ ਉਹਨੂੰ ਪਾਸਾ ਜਿਹਾ ਮਾਰਿਆ, ਪੱਲੂ ਜਿਹਾ ਫੇਰਿਆ, ਬੁੱਝ ਗਿਆ। ਪਤਾ ਨਾ ਲੱਗੇ ਵੀ ਰੋਟੀਆਂ ਕਿੰਨੀਆਂ ਸੀ ਤੇ ਕਿਹਦੇ ਕੋਲ ਗਈਆਂ। ਛਕਣ ਵਾਲੇ ਛੱਕ ਕੇ ਚਲਾ ਗਿਆ। ਉਸਨੇ ਵੇਖਿਆ ਹੁਣ ਰੋਟੀ ਮਗਰ ਕਿਹੜੀ ਰਹਿ ਗਈ ਆ। ਉਹ ਸਾਰਿਆਂ ਨੂੰ ਵੰਡਦਿਆਂ ਵਡਾਉਂਦਿਆਂ, ਇੱਕ ਹੋਰ ਛਕੋਗੇ, ਇੱਕ ਹੋਰ ਛਕੋਗੇ, ਇੱਕ ਹੀ ਰਹਿ ਗਈ। ਹੁਣ ਘਰ ਵਾਲੀ ਨੇ ਉਦਾਂ ਹੀ ਮੂੰਹ ਜਿਹਾ ਲਾਇਆ ਵੀ ਚਲੋ ਕੋਈ ਨਹੀਂ, ਮੈਂ ਖਾ ਲਈ ਹੈ, ਸਾਈਂ ਜੀ ਤੁਸੀਂ ਖਾਓ। ਇਹ ਸਾਰਾ ਕੁਝ ਜਿਹੜਾ ਦੁਕਾਨਦਾਰ ਪਿੱਛੇ ਲੱਗਾ ਸੀ, ਉਹ ਛੋਟਾ ਘਰ ਸੀ, ਕੱਚੀ ਕੰਧ ਸੀ, ਉੱਪਰੋਂ ਵੇਖ ਰਿਹਾ ਸੀ ਲੁੱਕ ਕੇ। ਉਹਦੇ ਮਨ ਤੇ ਇਸ ਗੱਲ ਦਾ ਵੀ ਬੜਾ ਅਸਰ ਹੋਇਆ ਵੀ ਇਹ ਕਿਹੋ ਜਿਹਾ ਪਰਿਵਾਰ ਹੈ ਤੇ ਇਹੋ ਜੀ ਸਥਿਤੀ ਹੋਣ ਦੇ ਬਾਵਜੂਦ ਵੀ ਕਿੰਨੇ ਪਿਆਰ ਨਾਲ, ਇਕਾਗਰਤਾ ਦੇ ਨਾਲ ਵੰਡ ਕੇ ਛਕਣ ਦੀ ਭਾਵਨਾ ਰੱਖਦਾ ਹੈ। ਹੁਣ ਮੈਂ ਦੂਸਰੀ ਸਾਖੀਕਾਰ ਦੀ ਬੇਨਤੀ ਕਰ ਰਿਹਾ, ਜਿਨ੍ਹਾਂ ਨੇ ਆਖਿਆ ਭਾਈ ਜੋਧ ਗੁਰਬਾਣੀ ਪੜ੍ਹ ਰਹੇ ਸਨ, ਗੁਰਬਾਣੀ ਗਾ ਰਹੇ ਸਨ ਤੇ ਲਹਿਣਾ ਜੀ ਗੁਰਬਾਣੀ ਸੁਣ ਕੇ ਇੰਨੇ ਤ੍ਰਿਪਤ ਹੋਏ, ਇਹਨਾਂ ਮਨ ਨੂੰ ਸਕੂਨ ਮਿਲਿਆ ਕਿ ਮਗਰੇ ਮਗਰ ਭਾਈ ਜੋਧ ਦੇ ਚਲੇ ਗਏ ਤੇ ਕੰਧ ਦੇ ਲਾਗੇ ਗੁਆਂਢ ਹੋ ਕੇ ਸਾਰੀ ਬਾਣੀ ਸੁਣੀ। ਬਾਣੀ ਸੁਣੀ, ਮਨ ਨੂੰ ਬੜਾ ਸਕੂਨ ਆਇਆ ਤੇ ਰਿਹਾ ਨਾ ਗਿਆ। ਕੰਧ ਦੇ ਨਾਲੋਂ ਦਰਵਾਜ਼ਾ ਖੜਕਾ ਕੇ ਆ ਗਏ, ਭਾਈ ਜੋਧ ਮੈਂ ਲਹਿਣਾ ਤੇਰਾ ਦੁਕਾਨਦਾਰ, ਬੜੇ ਆਦਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਜਿਉਂ ਆਇਆ ਕਹਿ ਕੇ ਆਸਣ ਦਿੱਤਾ ਬੈਠਣ ਵਾਸਤੇ। ਤੇ ਹੁਣ ਲਹਿਣਾ ਜੀ ਨੇ ਆਉਣ ਦਾ ਕਾਰਨ ਦੱਸਿਆ ਹੈ ਤੇ ਉਸ ਭਾਈ ਜੋਧ ਨੂੰ ਹੁਣ ਲਹਿਣਾ ਜੀ ਉਹ ਤੋਂ ਜੋ ਬਾਣੀ ਸੁਣੀ ਹੈ ਉਹਦੇ ਪਰਥਾਏ ਕੁਝ ਕਹਿਣਾ ਚਾਹੁੰਦੇ ਨੇ। ਕੀ ਕਹਿੰਦੇ ਨੇ? ਰੁਬਾਈ ਦੇ ਅੱਖਰਾਂ ਵਿੱਚ ਢਾਡੀ ਜਥਾ ਬੇਨਤੀ ਕਰਦਾ ਹੈ।
ਹੱਥ ਬਨ ਬਿਨੇ ਲਾਈ ਹਾਂ ਲੈਣਾ ਜੀ ਨੇ ਭਾਈ ਜੋਧ ਨੂੰ ਹੱਥ ਬਨ ਬਿਨੇ ਲਾਈ ਲੈਣਾ ਜੀ ਨੇ ਭਾਈ ਜੋਧ ਨੂੰ ਹੱਥ ਬਨ ਬਿਨੇ ਲਾਈ ਹਾਂ ਕੌਣ ਗੁਰੂ ਹੈ ਕਿਸ ਦੀ ਬਾਣੀ ਜੋ ਤੁਸਾਂ ਨੇ ਗਾਈ ਕੌਣ ਗੁਰੂ ਹੈ ਕਿਸ ਦੀ ਬਾਣੀ ਜੋ ਤੁਸਾਂ ਨੇ ਗਾਈ ਓ ਕੌਣ ਗੁਰੂ ਹੈ ਕਿਸ ਦੀ ਬਾਣੀ ਜੋ ਤੁਸਾਂ ਨੇ ਗਾਈ ਕੌਣ ਗੁਰੂ ਹੈ ਕਿਸ ਦੀ ਬਾਣੀ ਜੋ ਤੁਸਾਂ ਨੇ ਗਾਈ ਕੌਣ ਗੁਰੂ ਹੈ ਕਿਸ ਦੀ ਬਾਣੀ ਜੋ ਤੁਸਾਂ ਨੇ ਗਾਈ ਹਾਂ ਇਸ ਬਾਣੀ ਨੇ ਅਸਰ ਹੈ ਕੀਤਾ ਠੰਡ ਕਲੇਜੇ ਪਾਈ ਇਸ ਬਾਣੀ ਨੇ ਅਸਰ ਹੈ ਕੀਤਾ ਠੰਡ ਕਲੇਜੇ ਪਾਈ ਹਾਂ ਇਸ ਬਾਣੀ ਨੇ ਅਸਰ ਹੈ ਕੀਤਾ ਠੰਡ ਕਲੇਜੇ ਪਾਈ ਇਸ ਬਾਣੀ ਨੇ ਅਸਰ ਹੈ ਕੀਤਾ ਠੰਡ ਕਲੇਜੇ ਪਾਈ ਹਾਂ ਰੂਹ ਨੂੰ ਮਿਲਿਆ ਸਕੂਨ ਅਨੋਖਾ ਮਨ ਸ਼ਾਂਤੀ ਆਈ ਰੂਹ ਨੂੰ ਮਿਲਿਆ ਸਕੂਨ ਅਨੋਖਾ ਮਨ ਸ਼ਾਂਤੀ ਆਈ ਹਾਂ ਰੂਹ ਨੂੰ ਮਿਲਿਆ ਸਕੂਨ ਅਨੋਖਾ ਮਨ ਸ਼ਾਂਤੀ ਆਈ ਰੂਹ ਨੂੰ ਮਿਲਿਆ ਸਕੂਨ ਅਨੋਖਾ ਮਨ ਸ਼ਾਂਤੀ ਆਈ ਰੂਹ ਨੂੰ ਮਿਲਿਆ ਸਕੂਨ ਅਨੋਖਾ ਮਨ ਸ਼ਾਂਤੀ ਆਈ ਹਾਂ ਦਿਲ ਕਰਦਾ ਮੈਂ ਰੋਜ਼ ਸੁਣਾ ਤੂੰ ਰੋਜ਼ ਸੁਣਾਵੇਂ ਪਾਈ ਦਿਲ ਕਰਦਾ ਮੈਂ ਰੋਜ਼ ਸੁਣਾ ਤੂੰ ਰੋਜ਼ ਸੁਣਾਵੇਂ ਪਾਈ ਹਾਂ ਦਿਲ ਕਰਦਾ ਮੈਂ ਰੋਜ਼ ਸੁਣਾ ਤੂੰ ਰੋਜ਼ ਸੁਣਾਵੇ ਪਾਈ ਦਿਲ ਕਰਦਾ ਮੈਂ ਰੋਜ਼ ਸੁਣਾ ਤੂੰ ਰੋਜ਼ ਸੁਣਾਵੇ ਪਾਈ ਹਾਂ ਪਾਸੋਣੀ ਗੁਰ ਸਿੱਖਾਂ ਦੀ ਵੀ ਲਿਖਦੇ ਨੇ ਵਡਿਆਈ ਪਾਸੋਣੀ ਗੁਰ ਸਿੱਖਾਂ ਦੀ ਵੀ ਲਿਖਦੇ ਨੇ ਵਡਿਆਈ ਹਾਂ ਪਰਸਪਣੀ ਗੁਰ ਸਿੱਖਾਂ ਦੀ ਵੀ ਲਿਖਦੇ ਨੇ ਵਡਿਆਈ ਪਰਸਪਣੀ ਗੁਰ ਸਿੱਖਾਂ ਦੀ ਵੀ ਲਿਖਦੇ ਨੇ ਵਡਿਆਈ ਉਸ ਪਰਮ ਪੁਰਖ ਪਰਮਾਤਮਾ ਦੀ ਮਿੱਠੀ ਬਾਣੀ ਨੇ ਉਸ ਵੈਸ਼ਨੋ ਦੇਵੀ ਦੇ ਭਗਤ ਨੂੰ ਜਿਹੜਾ ਮਨ ਦੀ ਸ਼ਾਂਤੀ ਵਾਸਤੇ ਭਟਕ ਰਿਹਾ ਸੀ ਵਾਰ-ਵਾਰ ਯਾਤਰਾਵਾਂ ਤੇ ਜਾਂਦਾ ਸੀ ਮਨ ਨੂੰ ਕੋਈ ਸ਼ਾਂਤੀ ਸਕੂਨ ਨਹੀਂ ਹੁਣ ਭਾਈ ਜੋਧ ਨੂੰ ਆਣ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਭਾਈ ਜੋਧ ਇਹ ਕਿਸ ਦੀ ਬਾਣੀ ਹੈ ਜੋ ਤੂੰ ਗਾ ਰਿਹਾ ਸੀ ਅਨੋਖਾ ਜਿਹਾ ਮਨ ਨੂੰ ਸਕੂਨ ਮਿਲਿਆ ਮਨ ਨੂੰ ਸ਼ਾਂਤੀ ਐਉਂ ਲੱਗਦੇ ਮੈਂ ਕਲੇਜੇ ਨੂੰ ਠੰਡ ਪੈ ਗਈ ਹੋਵੇ ਕਿਉਂਕਿ ਕਲੇਜੇ ਠੰਡ ਪਾਉਂਦੀ ਹੈ ਗੁਰੂ ਕੀ ਬਾਣੀ ਮੇਰੇ ਦਾਤਾ ਜੀ ਨੇ ਆਖਿਆ ਖੈਰ ਮੈਂ ਪਿਛਲੇ ਦਿਨ ਵੀ ਆਪ ਜੀ ਦੇ ਨਾਲੇ ਬੇਨਤੀ ਕੀਤੀ ਹੋਏ ਪਰ ਹੁਣ ਮਜ਼ਬੂਨ ਦੇ ਨਾਲ ਰਲਦਾ ਹੋਇਆ ਪਰਮਾਨਿਆ ਦੇ ਦਿਆਂ ਇੱਥੇ ਬਰਫ਼ ਪੈਂਦੀ ਆਖਰਾਂ ਦੀ ਅਸੀਂ ਕੈਲਗਰੀ ਦੀ ਵੀ ਬਰਫ਼ ਹੰਢਾ ਆਏ ਆ ਐਡਮਿੰਟਨ ਦੀ ਵੀ ਉਹ ਵੀ ਇਲਾਕਾ ਵੇਖ ਆਏ ਆ ਸਰੀ ਵੈਨਕੂਵਰ ਦਾ ਇਲਾਕਾ ਘੁੰਮ ਆਏ ਆ ਇੰਨੇ ਠੰਡੇ ਸਮੇਂ ਦੇ ਬਾਵਜੂਦ ਵੀ ਕਦੇ ਮਨ ਨੂੰ ਠੰਡ ਮਿਲੀ ਕਿਸੇ ਦੇ ਨਹੀਂ ਮਿਲਦੀ ਦਾਤਾ ਜੀ ਨੇ ਆਖਿਆ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਇਹ ਇਸ ਤਰ੍ਹਾਂ ਨਹੀਂ ਇਹ ਨਾਮ ਦੇ ਨਾਲ ਠੰਡਕ ਮਿਲਦੀ ਤਾਂ ਜੋ ਆਖਦੇ ਨਾ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਬਰਫ਼ ਦੇ ਨਾਲ ਤੇ ਨਹੀਂ ਨਾ ਆਖਿਆ ਸੀਤਲ ਹੋ ਸਕਦਾ ਨਹੀਂ ਨਾਮ ਦੇ ਨਾਲ ਹੋਣਾ ਉਹ ਨਾਮ ਪਰਮਪੁਰਖ ਪਰਮਾਤਮਾ ਦੀ ਬਾਣੀ ਨੇ ਲਹਿਣਾ ਜੀ ਦੇ ਉੱਪਰ ਇੰਨਾ ਅਸਰ ਕੀਤਾ ਲਹਿਣਾ ਜੀ ਨੇ ਹੱਥ ਜੋੜ ਕੇ ਆਖਿਆ ਭਾਈ ਮੈਂ ਰੋਜ਼ ਆਵਾਂ ਤੂੰ ਮੈਨੂੰ ਰੋਜ਼ ਸੁਣਾਵੇਂਗਾ ਗਦਗਦ ਉੱਠੇ ਨੇ ਐਸੇ ਗੁਰੂ ਨਾਨਕ ਦੇ ਸਿੱਖ ਭਾਈ ਜੋਧ ਸਾਹਿਬ ਉਹਨਾਂ ਆਖਿਆ ਕਿਉਂ ਨਹੀਂ ਜਿਉ ਆਇਆ ਨੂੰ ਮੈਂ ਸੇਵਾਦਾਰ ਹਾਂ ਮੈਂ ਤਾਬਿਆਦਾਰ ਹਾਂ ਇਹ ਕਿਸ ਦੀ ਬਾਣੀ ਹੈ ਆਪ ਨਿਰੰਕਾਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਪਰਮਾਤਮਾ ਆਪ ਧਰਤੀ ਤੇ ਆਇਆ ਏ ਉਹਨਾਂ ਨੂੰ ਅਸੀਂ ਗੁਰੂ ਨਾਨਕ ਆਖਦੇ ਹਾਂ ਇਹ ਉਹਨਾਂ ਦੀ ਬਾਣੀ ਹੈ ਭਾਈ ਲਹਿਣਾ ਜੀ ਦੇ ਉੱਪਰ ਇਸ ਬਾਣੀ ਦਾ ਅਸਰ ਹੋਇਆ ਮਨ ਨੂੰ ਸਕੂਨ ਔਰ ਸ਼ਾਂਤੀ ਮਿਲੀ ਹੁਣ ਗੱਲ ਅਗੇਰੇ ਤੋਰੀਏ ਭਾਈ ਲਹਿਣਾ ਜੀ ਆਪਣੀ ਨਿਤਾ ਪ੍ਰਤੀ ਦੀ ਕਿਰਿਆ ਦੇ ਨਾਲ ਜਿਹੜੀ ਯਾਤਰਾ ਤੇ ਜਾਂਦੇ ਨੇ ਹੁਣ ਜਿਹੜਾ ਯਾਤਰਾ ਤੇ ਜਥਾ ਲੈ ਕੇ ਚੱਲੇ ਨੇ ਉਹਦੀ ਅਗਵਾਈ ਭਾਈ ਲਹਿਣਾ ਜੀ ਕਰ ਰਹੇ ਨੇ ਜਿਹੜਾ ਜਥਾ ਲੈ ਕੇ ਤੁਰੇ ਨਾ ਉਹ ਜਥਾ ਉਹਨਾਂ ਨੇ ਜਾਣ ਬੁੱਝ ਕੇ ਕਰਤਾਰਪੁਰ ਦੇ ਨੇੜਿਓਂ ਤੋਰਿਆ ਉਸ ਰਸਤੇ ਪਾਇਆ ਸੁਣਿਆ ਸੀ ਨਾ ਭਾਈ ਜੋਧ ਕੋਲੋਂ ਜੋ ਸੁਣਿਆ
ਉਸ ਨੂੰ ਅੱਖੀਂ ਵੇਖਣ ਵਾਸਤੇ, ਉਸ ਗੁਰੂ ਦੇ ਦਰਸ਼ਨ ਕਰਨ ਵਾਸਤੇ ਲਹਿਣਾ ਜੀ ਚੱਲ ਪਏ। ਬਾਰ-ਬਾਰ ਕਰਤਾਰਪੁਰ ਦੇ ਇੱਕ ਪੜਾਅ ਕੀਤਾ, ਉੱਥੇ ਉਹ ਸਾਰਾ ਜਥਾ, ਉਹ ਕਾਫਲਾ ਰੁਕਿਆ ਜਿਹੜਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਵਾਸਤੇ ਜਾ ਰਿਹਾ। ਉਹਨਾਂ ਆਪਣੇ ਸਾਥੀਆਂ ਦਾ ਸਾਥ ਰੋਕ ਕੇ ਲਹਿਣਾ ਜੀ ਨੇ ਆਖਿਆ ਕਿ ਤੁਸੀਂ ਰੁਕੋ, ਮੈਨੂੰ ਇਸ ਪਿੰਡ ਵਿੱਚ ਬਹੁਤ ਹੀ ਜ਼ਰੂਰੀ ਕੰਮ ਹੈ, ਉਹ ਮੈਂ ਕੰਮ ਨਿਪਟਾ ਕੇ ਆਉਂਦਾ ਹਾਂ। ਆਏ ਨੇ ਲਹਿਣਾ ਜੀ। ਆਪ ਜਾਣਦੇ ਹੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਖੇਤੀ ਕੀਤੀ ਹੈ, ਖੇਤੀਬਾੜੀ ਕੀਤੀ ਹੈ, ਵਾਹੀ ਕੀਤੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਰ ਵੀ ਸੇਵਾਦਾਰ ਪੈਲੀਆਂ ਦੇ ਵਿੱਚ ਕੰਮ ਕਰ ਰਹੇ ਨੇ। ਉਹ ਕੰਮ ਕਰਦਿਆਂ ਨੂੰ ਉਹਨਾਂ ਦੇ ਵਿੱਚੋਂ ਬਜ਼ੁਰਗ ਬਾਬਾ ਨਿਕਲਿਆ। ਉਹ ਉਸ ਪੱਕੇ ਪਏ ਰਸਤੇ ਦੇ ਵਿੱਚ ਆ ਗਿਆ ਜਿਸ ਰਸਤੇ ਤੇ ਆਹ ਘੋੜੀ ਚੜਿਆ ਲਹਿਣੇਦਾਰ ਆ ਰਿਹਾ ਹੈ। ਹੁਣ ਉਹਨਾਂ ਨੂੰ ਕੋਈ ਨਹੀਂ ਪਤਾ, ਇਸ ਨਗਰ ਵਿੱਚ ਆਏ ਕਦੇ ਨਹੀਂ, ਤੇ ਜਿਸ ਘਰ ਨੂੰ ਲੱਭਣ ਵਾਸਤੇ ਅਸੀਂ ਕਦੇ ਕਿਸੇ ਦੇ ਪਿੰਡ ਨਾ ਗਏ ਹੋਈਏ ਤੇ ਬਾਰ-ਬਾਰ ਕਿਸੇ ਬਜ਼ੁਰਗ ਨੂੰ ਰਾਹ ਪੁੱਛੀਦਾ ਹੈ। ਆਓ ਤੱਕੀਏ, ਬਜ਼ੁਰਗ ਬਾਬਾ ਰਸਤੇ ਦੇ ਵਿੱਚ ਖਲੋਤਾ ਹੈ, ਘੋੜੀ ਚੜੇ ਹੋਏ ਲਹਿਣੇਦਾਰ ਨੇ ਉਸ ਬਜ਼ੁਰਗ ਨੂੰ ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਆਪਣੇ ਮਾਲਕ ਦਾ ਰਾਹ ਪੁੱਛਿਆ ਹੈ ਤੇ ਉਹਨੂੰ ਵਾਰ ਦੇ ਰੂਪ ਦਿੱਤਾ ਹੈ। ਬਜ਼ੁਰਗ ਬਾਬਾ ਰਸਤੇ 'ਚ ਖਲੋਤਾ ਹੈ, ਘੋੜ ਸਵਾਰ ਆਇਆ ਹੈ, ਉਹ ਉਸ ਨੂੰ ਪੁੱਛਦਾ ਹੈ। ਕੀ ਪੁੱਛਦਾ ਹੈ? ਇਸ ਵਾਰ ਵਿੱਚ ਇਉਂ ਬੇਨਤੀ ਕੀਤੀ ਹੈ, ਰਾਹੀ ਪੁੱਛਦਾ ਏ ਰਾਹ ਇੱਕ ਬਾਬੇ ਨੂੰ, ਕਿੱਥੇ ਬੈਠਦੇ ਨਾਨਕ ਨਿਰੰਕਾਰ। ਤੈਨੂੰ ਹੋਗੀ ਪਛਾਣ ਸੱਚੇ ਗੁਰੂ ਦੀ, ਜਿਹੜਾ ਜੰਗ ਲਾਏ ਤਾਂ
ਦੀ ਬਾਬਾ ਦੱਸ ਦੇ ਉਹਦਾ ਘਰ-ਬਾਰ ਪਾਰਸਮਣੀ, ਜੇ ਗੁਰੂ ਨੂੰ ਮਿਲਾ ਦੇਵੇਂ ਨਹੀਂ ਭੁੱਲਾਂਗਾ ਤੇਰਾ ਉਪਕਾਰ। ਰਸਤੇ ਵਿੱਚ ਖੜਾ ਬਜ਼ੁਰਗ ਉਸ ਨੂੰ ਰਸਤਾ ਪੁੱਛਦਾ ਏ, ਘੋੜ ਚੜਿਆ ਹੋਇਆ, ਕਹਿੰਦਾ ਬਾਬਾ ਮੈਂ ਗੁਰੂ ਨਾਨਕ ਨਿਰੰਕਾਰ ਨੂੰ ਮਿਲਣਾ ਹੈ, ਜੇ ਤੈਨੂੰ ਪਤਾ ਹੈ ਮੈਨੂੰ ਉਹਦਾ ਘਰ ਦੱਸ ਦੇ, ਮੈਨੂੰ ਰਾਹ ਦੱਸ ਦੇ, ਮੈਂ ਉਸ ਗੁਰੂ ਨੂੰ ਜਾ ਕੇ ਮਿਲਣਾ ਹੈ। ਉਸ ਬਾਬੇ ਬਜ਼ੁਰਗ ਨੇ ਆਖਿਆ, ਪੁਰਖਾ ਜਿਨ੍ਹਾਂ ਨੇ ਰਾਹ ਪੁੱਛਿਆ ਉਹ ਕੇਵਲ ਰਾਹ ਦੇ ਵਿੱਚ ਰਹਿ ਗਏ, ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਪਾਏ। ਜੇ ਚਾਹੁੰਦਾ ਏ ਤੈਨੂੰ ਤੇਰੇ ਬਾਬੇ ਨਾਨਕ ਨਿਰੰਕਾਰ ਨਾਲ ਮਿਲਣਾ ਮਿਲਾਪ ਹੋ ਜਾਏ, ਲਿਆ ਘੋੜੀ ਦੀ ਵਾਗ ਮੈਨੂੰ ਫੜਾ। ਉਸ ਬਜ਼ੁਰਗ ਬਾਬੇ ਨੇ ਆਖਿਆ, ਲਿਆ ਮੈਂ ਅੱਗੇ ਅੱਗੇ ਚੱਲਦਾ, ਮੈਂ ਤੈਨੂੰ ਉਹਦੇ ਨਾਲ ਮਿਲਾ ਕੇ ਆਉਣਾ ਹੈ, ਮੈਂ ਤੈਨੂੰ ਉਹਦੇ ਘਰ ਛੱਡਦਾ ਹਾਂ। ਕਿਉਂਕਿ ਜਿਨ੍ਹਾਂ ਨੇ ਰਾਹ ਪੁੱਛਿਆ ਉਹ ਰਾਹ 'ਚ ਹੀ ਰਹਿ ਗਏ, ਉਹਨਾਂ ਮੰਜ਼ਿਲ ਨਹੀਂ ਸਰ ਕਰ ਪਾਏ। ਘੋੜ ਚੜੇ ਨੇ ਆਖਿਆ, ਬਾਬਾ ਚੱਲ ਫਿਰ ਐਂ ਕਰਦੇ ਆ, ਤੁਰੇ ਚੱਲਦੇ ਆ, ਪਰ ਤੈਨੂੰ ਉਸ ਦੇ ਜਸ ਦਾ ਪਤਾ? ਕਿਉਂਕਿ ਮੈਂ ਜਿਹੜਾ ਜਸ ਸੁਣ ਕੇ ਆਇਆ ਹੈ, ਮੇਰੇ ਮਨ ਦੇ ਅੰਦਰ ਬੜੀ ਰੀਝ ਹੈ, ਬੜੀ ਤਾਂਘ ਹੈ ਉਸ ਦੇ ਦੀਦਾਰ ਦੀ। ਬਾਬੇ ਨੇ ਘੋੜੀ ਦੀਆਂ ਵਾਗਾਂ ਫੜੀਆਂ, ਬਾਬਾ ਨਾਲ ਤੁਰਿਆ ਜਾ ਰਿਹਾ, ਘੋੜ ਚੜਾ ਸਵਾਰ ਉਸ ਨੂੰ ਪੁੱਛਦਾ ਹੈ, ਬਾਬਾ ਗੁਰੂ ਨਾਨਕ ਦੀ ਕੋਈ ਗੱਲ ਸੁਣਾ। ਗੁਰੂ ਨਾਨਕ ਕਿਸ ਤਰ੍ਹਾਂ ਦਾ ਹੈ? ਬਸ ਬਾਬਾ ਦੱਸ ਰਿਹਾ ਜਿੰਨਾ ਤੂੰ ਸੁਣਿਆ ਹੈ। ਬਾਬਾ ਬਾਣੀ ਦੀਆਂ ਗੱਲਾਂ ਕਰਦਾ ਜਾ ਰਿਹਾ ਹੈ ਤੇ ਘੋੜ ਚੜੇ ਸਵਾਰ ਦਾ ਓਨਾ ਹੀ ਮਨ ਪਿਘਲਦਾ ਜਾ ਰਿਹਾ, ਮੁਹੱਬਤ ਬਣਦੀ ਜਾ ਰਹੀ, ਪ੍ਰੇਮ ਬਣਦਾ ਜਾ ਰਿਹਾ। ਅਖੀਰ ਉਸ ਇੱਕ ਧਰਮਸ਼ਾਲਾ ਦੇ ਵਿੱਚ ਪਹੁੰਚ ਗਏ। ਇਸ਼ਾਰਾ ਕੀਤਾ ਬਜ਼ੁਰਗ ਬਾਬੇ ਨੇ, ਆਖਿਆ ਆਓ ਰੁੱਖ ਦੇ ਨਾਲ ਘੋੜੀ ਬਣਦੇ ਖੁਰਲੀ ਦੇ ਨਾਲ ਆਓ, ਖੂਹ ਦੇ ਵਿੱਚੋਂ ਪਾਣੀ ਲੈ ਕੇ ਆਪਣਾ ਮੂੰਹ ਹੱਥ ਧੋ ਕੇ ਆਓ, ਧਰਮਸ਼ਾਲ ਦਾ ਦਰਵਾਜ਼ਾ ਅੰਦਰ ਬੂਹਾ ਖੋਲ ਕੇ ਚਲਾ ਜਾ, ਤੇਰਾ ਬਾਬਾ ਨਾਨਕ ਅੰਦਰ ਬੈਠਾ ਹੋਵੇਗਾ ਤੇ ਮਿਲਾ ਜਾ ਕੇ ਉਸ ਨੂੰ। ਉਸ ਸਵਾਰ ਨੇ ਘੋੜੀ ਖੁਰਲੀ ਤੇ ਬੰਨ ਕੇ 5 ਇਸ਼ਨਾਨਾ ਕਰਕੇ ਖੂਹ ਤੋਂ ਤੇ ਉਸ ਧਰਮਸ਼ਾਲ ਦੇ ਅੰਦਰ ਗਿਆ ਤੇ ਜਦੋਂ ਜਾ ਕੇ ਵੇਖਿਆ, ਚੀਸ ਨਿਕਲ ਗਈ, ਚੀਖ ਨਿਕਲ ਗਈ, ਪੁੱਬਾਂ ਨਿਕਲ ਗਈਆਂ, ਗੋਡਿਆਂ ਪਰਨੇ ਹੋ ਕੇ ਡਿੱਗਾ। ਉਸ ਬੁੱਢੇ ਬਾਬੇ ਦੇ ਪੈਰ ਫੜ ਲਏ, ਹੇ ਸਤਿਗੁਰੂ ਗੁਰਦੇਵ ਪਾਤਸ਼ਾਹ, ਮੈਂ ਕਿੱਡਾ ਅਵਗਿਆਕਾਰ ਹਾਂ, ਮੈਂ ਕਿੱਡਾ ਗੁਨਾਹਗਾਰ ਹਾਂ, ਮੈਂ ਤੇਰੇ ਚਰਨ ਪੂਜਣ ਵਾਸਤੇ ਆਇਆ, ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ, ਮੇਰੀ ਮਾੜੀ ਕਿਸਮਤ, ਮੈਂ ਤੈਨੂੰ ਪਹਿਚਾਨ ਨਹੀਂ ਸਕਿਆ। ਉਹ ਮੈਂ ਘੋੜੀ ਤੇ ਚੜਿਆ ਆਇਆ ਹੰਕਾਰੀ ਪੁਰਖ, ਉਹ ਜਿਹਦੇ ਮੈਂ ਦਰਸ਼ਨ ਕਰਨ ਵਾਸਤੇ ਆਇਆ, ਮੈਂ ਉਹਨੂੰ ਘੋੜੀ ਦੀਆਂ ਵਾਗਾਂ ਫੜਾ ਕੇ ਅੱਗੇ ਅੱਗੇ ਤੋਰ ਕੇ ਲੈ ਕੇ ਆਇਆ। ਹੱਥ ਕੰਨਾਂ ਨੂੰ ਹੱਥ ਲਾ ਕੇ ਪੈਰ ਫੜ ਲੈ, ਆਖਿਆ ਮਾਲਕਾ ਮੈਨੂੰ ਬਖਸ਼ ਦੇ। ਉਹ ਬਜ਼ੁਰਗ ਬਾਬਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੀ ਸਨ। ਉਹ ਕਹਿ ਲੱਗੇ, ਪੁਰਖਾ ਨਹੀਂ ਨਹੀਂ, ਪਹਿਲਾਂ ਨਾਂ ਦੱਸ ਤੇਰਾ ਕੀ ਹੈ। ਉਸ ਘੋੜ ਸਵਾਰ ਨੇ ਆਖਿਆ, ਬਾਬਾ ਜੀ ਸਤਿਗੁਰੂ ਮੇਰਾ ਨਾਂ ਲੈਣਾ। ਤੇ ਸਤਿਗੁਰੂ ਆਖਦੇ, ਫੇਰ ਕਾਦੀ ਕੋਈ ਭੁੱਲ, ਫੇਰ ਕਾਦੀ ਅਵਗਿਆ, ਕਾਦਾ ਗੁਨਾਹਗਾਰ, ਕੀ ਕਸੂਰ, ਤੂੰ ਲੈਣਾ ਹੈ ਨਾ। ਤੇ ਲੈਣੇਦਾਰ ਘੋੜੀ ਤੇ ਚੜ ਕੇ ਆਇਆ ਕਰਦੇ ਨੇ, ਤੂੰ ਲੈਣਾ ਅਸੀਂ ਤੇਰਾ ਦੇਣਾ। ਗੱਲ ਇੱਥੇ ਹੀ ਬਣ ਗਈ ਸੀ। ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਸਵਾਲ ਕੀਤਾ ਹੈ, ਇਸ ਨੂੰ ਗੌਰ ਕਰਨਾ, ਹਵਾ ਵਿੱਚ ਨਾ ਛੱਡ ਦੇਣਾ। ਉਹਨਾਂ ਨੇ ਆਖਿਆ, ਜਿਸ ਗੁਰੂ ਨਾਨਕ ਦੇ ਚਰਨਾਂ ਤੇ ਲੈਣਿਆ ਸਾਰੀ ਦੁਨੀਆ ਝੁਕ ਗਈ, ਉਹ ਗੁਰੂ ਨਾਨਕ ਤੇਰੇ ਅੱਗੇ ਕਿਵੇਂ ਝੁਕ ਗਿਆ? ਜਵਾਬ ਦਿੱਤਾ, ਗੁਰੂ ਨਾਨਕ ਝੁਕਿਆ ਏ, ਐਉਂ ਝੁਕਿਆ ਏ ਜਿਵੇਂ ਮਾਂ ਜਾਂ ਬਾਪ ਆਪਣੇ ਛੋਟੇ ਜਿਹੇ ਬੱਚੇ ਨੂੰ ਖੇਡਦੇ ਹੋਏ ਨੂੰ ਉਠਾਉਂਦਾ ਹੈ। ਤੇ ਜਦੋਂ ਮਾਂ ਬਾਪ ਝੁਕਦਾ ਹੈ ਨਾ, ਆਪਣੇ ਬੱਚੇ ਨੂੰ ਚੁੱਕਦਾ ਹੈ ਤੇ ਆਪਣੇ ਸਿਰ ਦੇ ਨਾਲੋਂ ਉੱਚਾ ਕਰ ਲੈਂਦਾ ਜਦੋਂ ਮੋਢਿਆਂ ਤੇ ਬਿਠਾਉਂਦਾ ਹੈ। ਗੁਰੂ ਨਾਨਕ ਝੁਕਿਆ ਪਰ ਸਾਨੂੰ ਨੀਵਿਆਂ ਨੂੰ ਉੱਚਾ ਚੁੱਕਣ ਵਾਸਤੇ। ਹਾਂ, ਸਵਾਲ ਕਰਨ ਵਾਲੇ ਨੂੰ ਆਖਿਆ, ਯਾਦ ਇਹਨਾਂ ਰੱਖੀ, ਜੇਕਰ ਬਾਪੂ ਦੇ ਮੋਢਿਆਂ ਤੇ ਬਹਿ ਕੇ ਸਿਰ ਦੇ ਨਾਲੋਂ ਗਿੱਠ ਉੱਚਾ ਨਜ਼ਰ ਆ ਰਿਹਾ ਹੈ, ਉਹ ਤੂੰ ਬਾਪੂ ਨਾਲੋਂ ਉੱਚਾ ਨਹੀਂ, ਬਾਪੂ ਦੇ ਮੋਢਿਆਂ ਤੇ ਹੈ ਤਾਂ ਕਰਕੇ ਉੱਚਾ ਲੱਗਦਾ ਹੈ। ਜਿੱਦਣ ਬਾਪੂ ਨੇ ਮੋਢਿਆਂ ਤੋਂ ਥੱਲੇ ਲਾ ਦਿੱਤਾ, ਯਾਦ ਰੱਖੀ ਬਾਪੂ ਦੇ ਗੋਡਿਆਂ ਨਾਲੋਂ ਨੀਵਾਂ ਰਹਿ ਜਾਏਗਾ। ਤੇ ਉਹਨਾਂ ਚਿਰ ਹੀ ਤੇਰਾ ਕੱਦ ਸਿਰ ਉੱਚਾ ਹੈ ਜਿੰਨਾ ਚਿਰ ਬਾਪੂ ਦੇ ਮੋਢਿਆਂ ਤੇ ਹੈ। ਨਾਲ ਇਹ ਵੀ ਪ੍ਰਮਾਣ ਦਿੱਤਾ ਕਿ ਲੈਣਿਆ, ਤੂੰ ਸਿਰਫ ਮੈਨੂੰ ਆਪਣੀ ਘੋੜੀ ਦੀਆਂ ਵਾਗਾਂ ਫੜਾਈਆਂ ਨੇ, ਇਹਨੂੰ ਪੱਲੇ ਬੰਨ ਲਿਓ ਬਚਨ ਨੂੰ। ਘੋੜੀ ਦੀਆਂ ਵਾਗਾਂ ਫੜਾਈਆਂ ਨੇ, ਨਾਨਕ ਨੇ ਤੈਨੂੰ ਤੇਰੇ ਗੁਰੂ ਦੇ ਨਾਲ ਮਿਲਾ ਦਿੱਤਾ। ਲੈਣਿਆ, ਜੇ ਮਨ ਦੀਆਂ ਵਾਗਾਂ ਮੈਨੂੰ ਫੜਾ ਦੇਵੇਂ, ਮੈਂ ਤੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵਾਂਗਾ। ਗੁਰੂ ਨੇ ਕਿਰਪਾ ਕੀਤੀ। ਇੱਥੋਂ ਪੜ੍ਹਾਈ ਸ਼ੁਰੂ ਹੋਈ, ਇੱਕ ਚੇਲੇ ਦੀ ਤੇ ਇੱਕ ਗੁਰੂ ਦੀ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿੰਟ ਮੇਰੇ ਕੋਲ ਆਖਰੀ ਗੁਰਿਆਈ ਦਾ ਤਿਲਕ ਜਿਹੜਾ ਗੁਰਤਾ ਗੱਦੀ ਦਾ ਅੱਜ ਦਿਵਸ ਹੈ, ਇਸ ਦਿਵਸ ਦੀ ਮੁਬਾਰਕਬਾਦ ਹੈ ਆਪ ਸਾਰੀ ਸੰਗਤ ਨੂੰ ਪ੍ਰਵਾਨ ਕਰਿਓ, ਕਿਉਂਕਿ ਇਹ ਜਿਹੜਾ ਪ੍ਰਸੰਗ ਹੈ ਗੁਰੂ ਨਾਨਕ ਸਾਹਿਬ ਜੀ ਦੇ ਮਿਲਾਪ ਤੋਂ ਗੁਰਤਾ ਗੱਦੀ ਤੱਕ ਹੀ ਪਹੁੰਚਣ ਤੱਕ ਦਾ ਦਿਵਸ ਹੈ ਤੇ ਇੱਥੇ ਹੀ ਰੱਖਣਾ ਚਾਹੁੰਦਾ ਸਾਂ। ਇਸ ਕਰਕੇ ਮੈਂ ਜਲਦੀ ਦੇ ਨਾਲੇ ਅੱਜ ਹੀ ਇਹ ਪ੍ਰਸੰਗ ਲਿਖਿਆ। ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸ਼ਾਮਾਂ ਨੂੰ ਲਿਖਿਆ 5-6 ਵਜੇ ਤੇ ਆਪ ਜੀ ਦੇ ਸਨਮੁਖ ਹਾਜ਼ਰ ਕਰ ਦਿੱਤਾ। ਵੀਰਾਂ ਨੇ ਕੋਈ ਪੂਰੀ ਪ੍ਰੈਕਟਿਸ ਵੀ ਨਹੀਂ ਅਸੀਂ ਕਰ ਸਕੇ। ਤੇ ਜਿਹੜੇ ਵੀਰ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ, ਟੈਲੀਵਿਜ਼ਨ ਦਾ ਸਮਾਂ ਮੁੱਕ ਜਾਂਦਾ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ YouTube ਤੇ ਚੈਨਲ, Facebook ਤੇ ਚੱਲਦਾ, ਇਹ ਲਗਾਤਾਰ ਚੱਲਦਾ, ਇਹਦੇ ਵਿੱਚ ਕੋਈ ਕੱਟ ਵੱਡ ਨਹੀਂ ਹੁੰਦੀ, ਇਹ ਕੰਟੀਨਿਊ ਚੱਲਦਾ। ਇਸ ਕਰਕੇ ਇਹਨੂੰ ਵੀ ਵੇਖਦੇ ਨੇ ਜਿਹੜੇ, ਉਹ ਫੋਨ ਕਰਦੇ ਨੇ ਜੀ। ਕਈ ਵਾਰ ਢਾਡੀਆਂ ਨੂੰ ਵੇਖੀਦਾ ਹੈ ਬਹੁਤ ਜ਼ਿਆਦਾ ਲੈਕਚਰ ਲੰਬਾ ਕਰਦੇ, ਚੀਜ਼ਾਂ ਘੱਟ ਸੁਣਾਉਂਦੇ ਨੇ ਤੇ ਸਾਨੂੰ ਚੀਜ਼ਾਂ ਵੀ ਵੱਧ ਸੁਣਾ ਦਿਆ ਕਰੋ। ਕਈ ਵਾਰ ਖਾਸ ਹੁਕਮ ਆਉਂਦਾ, ਉਹ ਸੰਗਤ ਦੀ ਹੁਕਮ ਨੂੰ ਸਿਰ ਮੱਥੇ ਮੰਨ ਲਈਦਾ ਹੈ। ਆਓ ਹੁਣ ਦੋ ਕੁ ਵਿਚਾਰਾਂ ਇਹ ਗੱਲ ਤੇ ਕਰਦੇ ਆ ਕਿ ਇੱਕ ਸੇਵਕ ਨੇ ਪ੍ਰੀਖਿਆ ਕਿਵੇਂ ਪਾਸ ਕੀਤੀ। ਕਿਸੇ ਵੇਲੇ ਨਾ ਪਤਾ ਨਹੀਂ ਲੱਗਦਾ ਕਿ ਪ੍ਰੀਖਿਆ ਹੋ ਰਹੀ ਹੈ ਕਿ ਕੀ ਹੋ ਰਿਹਾ ਹੈ। ਹੁਣ ਗੁਰੂ ਨਾਨਕ ਸਾਹਿਬ ਦੀ ਵਡਿਆਈ ਪੂਰੇ ਜੱਗ ਵਿੱਚ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੋਣ ਕਰਨੀ ਹੈ ਤੇ ਚੋਣ ਕਰਤਾ ਹਮੇਸ਼ਾ ਹੀ ਕੁਝ ਨਾ ਕੁਝ ਪ੍ਰੀਖਿਆ ਰੱਖਦਾ ਹੈ, ਯੋਗਤਾ ਵੇਖਦਾ ਹੈ। ਸਾਖੀਆਂ ਬੜੀਆਂ ਨੇ, ਨਿੱਕੀਆਂ ਨਿੱਕੀਆਂ ਬੇਨਤੀ ਕਰਦੇ ਆ। ਲਹਿਣਾ ਜੀ ਨੂੰ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਹੁਕਮ ਹੁੰਦਾ ਹੈ। ਬਾਬਾ ਸ਼੍ਰੀ ਚੰਦ ਨੂੰ ਹੁਕਮ ਕੀਤਾ ਕਿ ਜਾਓ ਵੇਖੋ ਰਾਤ ਕਿੰਨੀ ਕੁ ਬੀਤ ਗਈ ਹੈ। ਸੁਭਾਵਕ ਜੀ ਗੱਲ ਸੀ, ਮੈਂ ਵੱਡਾ ਸਾਹਿਬਜ਼ਾਦਾ ਹਾਂ, ਇੰਨੀ ਕੁ ਬਦਲੇ ਗਮ ਬਦਲੇ ਮੈਂ ਜਾਂਦਾ। ਉਹਨਾਂ ਦੂਜੇ ਨੂੰ ਸੇਵਕ ਨੂੰ ਕਹਤਾ ਜਾ ਬਾਹਰ ਵੇਖ ਕੇ ਆ ਕਿੰਨੀ ਕੁ ਰਾਤ ਬੀਤੀ ਹੈ। ਇੱਕ ਆਇਆ ਜੀ ਅੱਧੀ ਰਾਤ ਬੀਤ ਗਈ, ਦੂਜੇ ਨੇ ਆਖਿਆ ਜੀ ਇੰਨੀ ਬੀਤ ਗਈ। ਫਿਰ ਸਤਿਗੁਰਾਂ ਨੇ ਆਖਿਆ ਲੈਣਾ ਜੀ ਜਾ ਕੇ ਵੇਖਿਆ ਉਹ ਰਾਤ ਕਿੰਨੀ ਬੀਤ ਗਈ। ਚੱਕਰ ਮਾਰ ਕੇ ਉਸੇ ਵੇਲੇ ਆ ਗਏ ਨੇ, ਦਾਤਾਰ ਜੀ ਜਿੰਨੀ ਤੁਸਾਂ ਬਿਤਾਈ ਆ ਬੀਤ ਗਈ ਆ, ਬਾਕੀ ਆਪ ਜੀ ਦੀ ਰਜਾ ਵਿੱਚ ਬਾਕੀ ਹੈ ਜੀ। ਫਿਰ ਮੀਂਹ ਪੈ ਰਿਹਾ ਸੀ, ਕੰਧ ਡਿੱਗ ਪਈ। ਆਖਿਆ ਸ੍ਰੀ ਚੰਦ ਕੰਧ ਹੁਣੇ ਹੀ ਬਣਾ ਦਿਓ। ਸਤਿਗੁਰੂ ਇਹ ਕੰਮ ਨੌਕਰਾਂ ਦਾ ਸਵੇਰੇ ਬਣਾ ਦੇਾਂਗੇ, ਮੀਂਹ ਹਟ ਲੈਣ ਤੋਂ। ਪਤਾ ਨਹੀਂ, ਸੁਭਾਵਕ ਜੀ ਗੱਲ ਪਿਓ ਪੁੱਤ ਦੀ ਨਹੀਂ ਪਤਾ ਕਿ ਪ੍ਰੀਖਿਆ ਹੋ ਰਹੀ ਹੈ, ਇਮਤਿਹਾਨ ਚੱਲ ਰਿਹਾ। ਲੈਣਾ ਜੀ ਕੰਧ ਬਣਾ ਦਿਓ। ਉਹ ਕੰਧ ਬਣਾਉਂਦੇ ਨੇ, ਮੀਂਹ ਆਉਂਦਾ ਖੁਰ ਜਾਂਦੀ ਆ, ਲੱਗੇ ਰਹੇ। ਸਵੇਰ ਤੱਕ ਕੰਧ ਬਣਾ ਦਿੱਤੀ, ਦਿਨ ਚੜਿਆ, ਪ੍ਰੀਖਿਆ ਚੋਂ ਪਾਸ। ਫਿਰ ਪ੍ਰੀਖਿਆ ਹੋ ਰਹੀ ਹੈ। ਰਾਤ ਨੂੰ ਕੱਪੜੇ ਧੋ ਲਿਆਓ। ਕੋਈ ਨਹੀਂ ਸਤਿਗੁਰੂ ਨੌਕਰਾਂ ਨੂੰ ਕਹਿ ਕੇ ਸਵੇਰੇ ਧਵਾ ਦੇਾਂਗੇ। ਲੈਣਾ ਜੀ ਕੱਪੜੇ ਧੋਣ ਵਾਲੇ ਨੇ, ਝਟਪਟ ਗਏ ਕੱਪੜੇ ਧੋ ਲਿਆਏ। ਇਸ ਤਰੀਕੇ ਦੀਆਂ ਸਾਖੀਆਂ ਸੀ ਹੋਰ ਵੀ ਬੜੀਆਂ ਸੁਣੀਆਂ, ਜਿਨ੍ਹਾਂ ਨੂੰ ਸੁਭਾਵਕ ਤੌਰ ਤੇ ਨਹੀਂ ਪਤਾ ਲੱਗਾ ਵੀ ਕਿਵੇਂ ਹੈ। ਦੂਸਰੀ ਬੇਨਤੀ, ਸਮਾਂ ਨੇੜੇ ਆ ਗਿਆ। ਸਤਿਗੁਰੂ ਜੀ ਦੇ ਧਾਨਿਕ ਰੂਪ ਬਣਾ ਲਿਆ, ਰੱਸੇ ਬੰਨ ਲਏ ਸਿਰ ਤੇ, ਛੁਰਾ ਹੱਥ 'ਚ ਫੜ ਲਿਆ, ਜੰਗਲ ਵੱਲ ਨੂੰ ਤੁਰ ਪਏ। ਜਿਹੜਾ ਵੀ ਮਗਰ ਜਾਵੇ ਛੁਰਾ ਲੈ ਕੇ ਮਾਰਨ ਪੈਣ, ਉਹ ਪਿਛਾਂ ਭੱਜ ਜਾਵੇ। ਭਾਈ ਦੇ ਉਹ ਸਾਰੇ ਗੁਰਸਿੱਖ ਮੁਆਫ ਕਰਨਾ, ਬਾਬਾ ਬੁੱਢਾ ਸਾਹਿਬ ਜੀ ਵੀ ਵਾਪਸ ਮੁੜ ਆਏ। ਸਤਿਗੁਰੂ ਜੀ ਨੇ ਆਖਿਆ ਲੈਣਾ ਤੂੰ ਨਹੀਂ ਗਿਆ, ਸਤਿਗੁਰੂ ਜੀ ਦਾ ਕੋਈ ਥਾਂ ਹੋਰ ਹੋਵੇਗਾ, ਉਹ ਚਲਾ ਗਿਆ। ਮੇਰਾ ਤੇ ਇੱਥੋਂ ਬਿਨਾਂ ਥਾਂ ਕਿਹੜਾ? ਘੁੱਟ ਕੇ ਕਲੇਜੇ ਦੇ ਨਾਲ ਲਾਇਆ। ਪ੍ਰੀਖਿਆ ਪਾਸ ਕਰਕੇ 14 ਜੂਨ 1539 ਨੂੰ ਸਤਿਗੁਰੂ ਜੀ ਨੇ ਚੱਲ ਰਹੀ ਗੁਰੂ ਚੇਲੇ ਦੀ ਰੀਤ ਨੂੰ ਉਲਟਾ ਕੇ ਚੇਲੇ ਨੂੰ ਗੁਰੂ ਥਾਪ ਕੇ ਐਂ ਵਡਿਆਈ ਦਿੱਤੀ ਹੈ।
ਸਾਹਿਬ ਨੇ ਆ ਰਸਮ ਨਿਭਾਈ ਬਾਬਾ ਬੁੱਢਾ ਸਾਹਿਬ ਨੇ ਆ ਰਸਮ ਨਿਭਾਈ ਬਾਬਾ ਬੁੱਢਾ ਸਾਹਿਬ ਨੇ ਆ ਰਸਮ ਨਿਭਾਈ ਅੰਗਦ ਦੇ ਅੰਗ ਲਗਾਏ ਕੇ ਦਿੱਤੀ ਵਡਿਆਈ ਅੰਗਦ ਦੇ ਅੰਗ ਲਗਾਏ ਕੇ ਦਿੱਤੀ ਵਡਿਆਈ ਅੰਗਦ ਅੰਗ ਲਗਾਏ ਦਿੱਤੀ ਵਡਿਆਈ ਪਾਸਮਣੀ ਗੁਰ ਚੇਲੇ ਦੀ ਰੀਤੀ ਉਲਟਾਈ ਪਾਸਮਣੀ ਗੁਰ ਚੇਲੇ ਦੀ ਰੀਤੀ ਉਲਟਾਈ ਸਦੀਆਂ ਤੋਂ ਜਦੋਂ ਦਾ ਸਮਾਜ ਬਣਿਆ ਉਦੋਂ ਦਾ ਚੇਲਾ ਚੇਲਾ ਹੀ ਰਹਿ ਗਿਆ ਤੇ ਗੁਰੂ ਗੁਰੂ ਬਣਿਆ ਰਿਹਾ। ਗੁਰੂ ਨਾਨਕ ਸਾਹਿਬ ਨੇ ਚੱਲ ਰਹੇ ਸਮੇਂ ਦੀ ਰੀਤੀ ਨੂੰ ਉਲਟਾ ਕੇ ਰੱਖ ਦਿੱਤਾ। ਬਾਬਾ ਸ੍ਰੀ ਚੰਦ ਜੀ ਨੇ ਇੰਨੀ ਗੱਲ ਦੀ ਸੱਟ ਖਾਧੀ ਤੇ ਫੇਰ ਇੰਨੀ ਘੋਰ ਤਪੱਸਿਆ ਕੀਤੀ 118 ਸਾਲ ਕੁਝ ਮਹੀਨੇ ਦੀ ਉਮਰ ਹੰਢਾ ਕੇ ਉਦਾਸੀ ਮਤ ਚਲਾਇਆ ਤੇ ਉਹ ਪਦਵੀ ਪਾਈ ਜਿਹੜੀ ਸੱਚਖੰਡ ਜਾਣ ਵਾਸਤੇ ਚਾਹੀਦੀ ਹੈ, ਕਿਉਂਕਿ ਯੋਗਤਾ ਤੋਂ ਬਿਨਾ ਵਡਿਆਈ ਨਹੀਂ ਮਿਲਦੀ। ਉਦੋਂ ਕੇਵਲ ਤੇ ਕੇਵਲ ਇੰਨਾ ਹੀ ਮਾਣ ਸੀ ਕਿ ਮੈਂ ਗੁਰੂ ਨਾਨਕ ਦਾ ਵੱਡਾ ਪੁੱਤਰ ਹਾਂ ਤੇ ਇਹ ਗੱਦੀ ਚੱਲ ਰਹੀ ਹੈ ਤੇ ਮੇਰਾ ਜਮਾਂਦਰੂ ਹੱਕ ਹੈ। ਬਾਬਾ ਸ਼੍ਰੀ ਚੰਦ ਜੀ ਤੇ ਮਾਤਾ ਲਖਮੀ ਸੁਲੱਖਣੀ ਜੀ ਨੇ ਨਾਰਾਜ਼ਗੀ ਪ੍ਰਗਟ ਕੀਤੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਲਾਇਆ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਹੁਣ ਖਡੂਰ ਸਾਹਿਬ ਜਾ ਕੇ ਸਿੱਖੀ ਦਾ ਕੇਂਦਰ ਥਾਪ ਕੇ ਪ੍ਰਚਾਰ ਕਰਨਾ ਹੈ। ਇਹ ਸੀ ਅੱਜ ਦਾ ਉਹ ਪ੍ਰਸੰਗ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ ਹੈ ਤੇ ਐਉਂ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਜੋ ਥੋੜੇ ਸਮੇਂ ਦੇ ਵਿੱਚ ਥੋੜਾ ਥੋੜਾ ਹੀ ਕਹਿਣ ਦਾ ਸਤਿਗੁਰੂ ਜੀ ਨੇ ਜੋ ਸਮਾਂ ਬਖਸ਼ਿਸ਼ ਕੀਤਾ ਹੈ, ਉਹਨੇ ਸਮੇਂ 'ਚ ਜੋ ਹੁਕਮ ਦੇ ਬੱਧੇ ਹੋਏ ਆ, ਸਮੇਂ ਦੇ ਬੱਧੇ ਹੋਏ ਆ, ਸੋ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਪਰ ਇਸ ਗੱਲ ਨੂੰ ਧਿਆਨ ਰੱਖਣਾ ਹਮੇਸ਼ਾ ਹੀ ਕਿ ਸੇਵਾ ਕਰਕੇ ਹੀ ਮਾਣ ਮਿਲਦਾ ਹੈ, ਹੁਕਮ ਦੇ ਵਿੱਚ ਰਹਿ ਕੇ ਹੀ ਪਦਵੀਆਂ ਹਾਸਲ ਹੁੰਦੀਆਂ ਨੇ। ਜਿਨਨੇ ਗੁਰੂ ਦਾ ਹੁਕਮ ਮੰਨਿਆ ਤੇ ਸੇਵਾ ਰੱਜ ਕੇ ਕੀਤੀ, ਆਪਣਾ ਕਬਜ਼ਾ ਛੱਡ ਦਿੱਤਾ, ਤਨ ਮਨ ਤੇਰਾ ਧਨ ਵੀ ਤੇਰਾ, ਜਿਨੇ ਮੰਨ ਲਿਆ ਕਬਜ਼ਾ ਮੇਰਾ, ਉਹਦੀ ਗੱਲ ਨਹੀਂ ਬਾਨੀ। ਜਿਨੇ ਕਬਜ਼ਾ ਵੀ ਛੱਡ ਦਿੱਤਾ ਉਹਦਾ ਬੇੜਾ ਪਾਰ ਹੋ ਜਾਂਦਾ ਹੈ। ਪੂਰੇ ਗੁਰੂ ਦੀ ਪੂਰੀ ਵਡਿਆਈ ਕਰਦੇ ਆ, ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਦੇ ਆ। ਫਤਿਹ ਗਜਾਓ ਆਨੰਦ ਸਾਹਿਬ ਜੀ ਦਾ ਜਾਪ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਤਾਇਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਇਆ ਸਬਦੋ ਦਾ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਆਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋਖ ਮਨਾ ਵਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਜਾਂ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਹੈ ਨਾਨਕ ਸੱਚੇ ਸਾਹਿਬ ਜਾਂ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ
ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਅੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਲੋਕ ਤੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਆਜੇ ਧਰਮ ਅਧੂਰ ਕਰਮੀ ਆਪੋ ਆਪਣੀ ਇਹ ਨੇੜੇ ਕਾ ਦੂਰ ਜਿਨੀ ਨਾਮ ਤੇ ਆਇਆ ਕਾ ਮੁਸ਼ਕਲ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਕਾ ਮੁਸ਼ਕਲ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੂੰ ਠਾਕੁਰ ਤੁਮ ਕਹਿ ਅਰਦਾਸ ਜੀਉ ਪੈ